ਭਗਤ ਸਿੰਘ ਦੀ ਤੁਰਲੇ ਵਾਲੀ ਪੱਗ ਬੰਨ੍ਹ ਕੇ ਜਾਂ ਕੇਸਰੀ ਪੱਗ ਬੰਨ੍ਹ ਕੇ ਜਾਂ ਹੋਰ ਪੱਗਾਂ ਬੰਨ੍ਹ ਕੇ ਤੁਸੀਂ ਕਦੇ ਨਹੀਂ ਭਗਤ ਸਿੰਘ ਬਣ ਸਕਦੇ। ਭਗਵੰਤ ਮਾਨ ਸਾਹਿਬ ਨੇ ਇਹ ਗੱਲ ਆਖੀ ਵੀ ਜਦੋਂ ਸਿੰਗਲਾ ਸਾਹਿਬ ਨੂੰ ਅਸੀਂ ਫੜਿਆ, ਮੇਰੇ ਕੋਲ ਸਾਰੇ ਐਵੀਡੈਂਸ ਆ, ਕੀ ਸਰਕਾਰ ਉਹ ਪੇਸ਼ ਕਰ ਪਾਈ? ਕੋਰਟ ਨੇ ਕੀ ਗੱਲ ਆਖੀ ਵੀ ਇਹਨਾਂ ਦੇ ਖਿਲਾਫ ਕੋਈ ਐਵੀਡੈਂਸ ਹੀ ਨਹੀਂ ਸੀਗਾ। ਕੋਰਟ ਇਹ ਗੱਲ ਕਰ ਰਿਹਾ ਵੀ ਮੈਨੂੰ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਹੈਗਾ। ਜੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਪ੍ਰੂਵ ਕਰਾਂਗੇ, ਇਹਨਾਂ ਨੇ ਹੁਣ ਆਖਿਆ ਕੈਬਨਿਟ ਦੀ ਮੀਟਿੰਗ ਹੋਈ ਆ, ਸਿੰਗਲਾ ਨਾਲ ਕੁਰਸੀ ਡਾਈ ਬੈਠਾ ਭਗਵੰਤ ਮਾਨ ਦੇ, ਫਿਰ ਉਹਨੂੰ ਭਾਇਆ ਕਿਉਂ ਆ ਤੁਸੀਂ? ਇਹਨਾਂ ਦੇ ਕਹਿਣ ਮੁਤਾਬਕ ਸਬੂਤ ਪੇਸ਼ ਕਰਾਂਗੇ। ਤੁਸੀਂ ਨਹੀਂ ਕਰਾਂਗੇ, ਨਹੀਂ ਕਰਾਂਗੇ ਨਹੀਂ। ਜੇ ਉਹ ਬੰਦਾ ਐਡਾ ਹੀ 2 ਮਿੰਟ ਵਿੱਚ ਨਾ ਬੋਲੋ, ਉਹ ਤਾਂ ਬੰਦਾ ਬਾਹਰ ਆਇਆ, ਫਿਰ ਆ ਕੇ ਉਹਨੇ ਮੂਸੇ ਵਾਲਾ ਨੂੰ ਪੱਟ ਤੇ ਥਾਪੀ ਮਾਰੀ ਆ ਵੀ ਮੇਰਾ ਤਾਂ ਕੁਝ ਨਿਕਲਿਆ ਹੀ ਨਹੀਂ। ਇਹਨਾਂ ਦੇ ਇੱਕ ਮੰਤਰੀ ਨੇ ਆਪਣੇ ਰਸੋਈਏ ਤੇ ਆਪਣੇ ਸੇਵਾਦਾਰਾਂ ਦੇ ਨਾਂ ਤੇ ਕੈਸ਼ ਨਾਲ ਠੇਕੇ ਲਏ ਸੀ, ਉਹ ਐਕਸਪੋਜ਼ ਕੀਤਾ ਆਮ ਆਦਮੀ ਪਾਰਟੀ ਨੇ। ਉਹਦੇ ਵਿੱਚ ਉਹਨੂੰ ਅਹੁਦਾ ਛੱਡਣਾ ਪਿਆ ਅੰਡਰ ਪ੍ਰੈਸ਼ਰ। ਉਹ ਵੀ ਜੋ ਦਿੱਲੀੋਂ ਸੁਨੇਹਾ ਆਇਆ ਰਾਹੁਲ ਗਾਂਧੀ ਦਾ ਅੰਡਰ ਪ੍ਰੈਸ਼ਰ ਵੀ ਬਦਨਾਮੀ ਬਹੁਤ ਹੋ ਰਹੀ ਹੈ, ਇਹਨੂੰ ਪਾਸੇ ਕਰ ਦਿਓ। ਮੁਕੱਦਮਾ ਕੋਈ ਨਹੀਂ ਦਰਜ ਕੀਤਾ ਉੱਤੇ, ਇਹ ਕਰਕੇ ਦਿਖਾ ਲਓ ਨਾ ਇਸ ਤਰ੍ਹਾਂ। ਇਹਨਾਂ ਦੀ ਜੋ ਕਿਤੇ ਨਾ ਕਿਤੇ ਇੱਕ ਤਾਲਮੇਲ ਆ, ਆਮ ਆਦਮੀ ਦਾ ਅਜੇ ਵੀ ਅਕਾਲੀ ਦਲ ਤੇ ਬੀਜੇਪੀ ਨਾਲ ਤਾਲਮੇਲ ਆ, ਉਹਦੇ ਕਰਕੇ ਆਇਆ। ਕਿਉਂਕਿ ਇੱਕ ਮਿੰਟ ਕਿਉਂਕਿ ਅਕਾਲੀ ਇਹਨਾਂ ਦੇ ਆਮ ਆਦਮੀ ਦੇ ਐਮਐਲਏ ਦੀਆਂ ਕੋਈ ਦੀਆਂ ਐਦਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਵਧਾਈਆਂ ਦੇਣ ਗਏ ਆ ਕਿ ਜੀ ਤੁਸੀਂ ਬਾਹਰ ਆ ਗਏ। ਅਸੀਂ ਐਕਸਪੋਜ਼ ਕਰ ਰਹੇ ਹਾਂ ਬੀਜੇਪੀ ਲੀਡਰਸ਼ਿਪ ਨੂੰ, ਕੇਂਦਰ ਸਰਕਾਰ ਨੂੰ, ਮੋਦੀ ਦੀ ਸਰਕਾਰ ਨੂੰ ਕਿ ਕਿੱਦਾਂ ਹੱਥ ਧੋ ਕੇ ਮਗਰ ਪਏ ਹੋਏ ਆ। ਥਰੋ ਆਊਟ ਹੁਣ ਤੱਕ ਇਹੀ ਚੱਲਦਾ ਸੀ, ਮੋਦੀ ਵਰਸਸ ਕੌਣ ਹੈ ਹੀ ਨਹੀਂ ਕੋਈ, ਮੋਦੀ ਵਰਸਸ ਕੌਣ ਹੈ ਹੀ ਨਹੀਂ ਕੋਈ। ਰਾਹੁਲ ਨਹੀਂ ਹੈਗਾ, ਨਹੀਂ ਉੱਠ ਸਕੇ। ਇਸ ਵੇਲੇ ਮੋਦੀ ਵਰਸਸ ਅਰਵਿੰਦ ਕੇਜਰੀਵਾਲ ਗੱਲ ਚੱਲ ਪਈ ਹੈ। ਅੱਜ ਗੱਲ ਕਰਾਂਗੇ ਕੇਂਦਰੀ ਜਾਂਚ ਬਿਊਰੋ ਦੀ, ਜਿਹਨੂੰ CBI ਕਿਹਾ ਜਾਂਦਾ। ਕਹਿਣ ਨੂੰ ਇਹ ਹੈ ਵੀ CBI ਦੇਸ਼ ਦੀ ਸਭ ਤੋਂ ਸਰਵ ਉੱਚ ਏਜੰਸੀ ਹੈ ਜਿਹੜੀ ਸਭ ਤੋਂ ਗੰਭੀਰ ਮਾਮਲੇ ਉਹਨਾਂ ਦੀ ਪੜਤਾਲ ਕਰਦੀ ਹੈ। ਪਰ ਅਕਸਰ CBI ਨੂੰ ਕਦੀ ਤੋਤਾ ਕਿਹਾ ਜਾਂਦਾ, ਕਦੀ ਕਿਸੇ ਸਰਕਾਰ ਦਾ ਪਿੰਜਰਾ ਕਿਹਾ ਜਾਂਦਾ, ਔਰ ਕਦੀ ਇਹਨੂੰ ਕਿਹਾ ਜਾਂਦਾ ਵੀ ਇਹ ਤੇ ਸਰਕਾਰ ਦਾ ਇੱਕ ਹਥਿਆਰ ਆ ਵਿਰੋਧੀਆਂ ਨੂੰ ਡਰਾਉਣ ਲਈ। ਅੱਜ ਫਿਰ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੁਣਾਂ ਦੇ ਘਰ ਰੇਡ ਹੋਇਆ। ਇਕੱਲੇ ਉਹਨਾਂ ਦੇ ਘਰ ਨਹੀਂ ਹੋਇਆ, 7 ਰਾਜਾਂ ਤੇ 21 ਥਾਵਾਂ ਤੇ ਰੇਡ ਹੋਇਆ। ਰੇਡ ਕਹਿੰਦੇ ਇਸ ਲਈ ਹੋਇਆ ਵੀ ਜਿਹੜੀ ਦਿੱਲੀ ਸਰਕਾਰ ਨੇ ਆਬਕਾਰੀ ਨੀਤੀ ਬਣਾਈ ਉਹ 'ਚ ਕਿਤੇ ਗੜਬੜ ਹੋਈ ਹੈ। ਪਰ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਵੀ ਵੱਡੇ ਪੱਧਰ ਤੇ ਗੜਬੜ ਹੋਈ ਹੈ, ਔਰ ਆਮ ਆਦਮੀ ਪਾਰਟੀ ਦਾ ਕਹਿਣਾ ਇਹ ਹੈ ਵੀ ਹਥਿਆਰ ਵਜੋਂ ਅਰਵਿੰਦ ਕੇਜਰੀਵਾਲ ਦਾ ਜਿਹੜਾ ਚਿਹਰਾ ਕੌਮੀ ਪੱਧਰ ਤੇ ਉਸਰਿਆ ਉਹਨੂੰ ਢਾਹ ਲਾਉਣ ਦਾ ਯਤਨ ਹੈ। ਔਰ ਕਾਂਗਰਸ ਕਹਿੰਦੀ ਹੈ ਜੋ ਬੀਜੋਗੇ ਉਹ ਵੱਢੋਗੇ। ਸੋ ਇਹਦੇ ਤੇ ਆਪਾਂ ਡਿਬੇਟ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਜੀ, ਔਰ ਇਸੇ ਤਰ੍ਹਾਂ ਰਾਣਾ ਚਾਹਲ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਔਰ ਬੁਲਾਰੇ ਨੇ। ਜੀ ਆਇਆਂ ਨੂੰ ਜੀ। ਸੰਘੇੜਾ ਸਾਹਿਬ, ਕੀ ਵਾਪਰ ਗਿਆ ਹੈ? ਉਹੀ ਹੈ ਜੀ ਜੋ ਤੁਸੀਂ ਦੇਖ ਰਹੇ ਹੋ ਮੀਡੀਆ 'ਚ, ਦੋਨੇ ਚੀਜ਼ਾਂ ਆ ਰਹੀਆਂ ਆ। CBI ਦਾ ਕੀ ਦੋਸ਼ ਹੈ? CBI ਕੀ ਕਹਿ ਰਹੀ ਹੈ? CBI ਤਾਂ ਸਰਚ ਕਰ ਰਹੀ ਆ, ਕੇਸ ਬਣਾਇਆ ਉਹਨਾਂ ਨੇ, ਉਹਨਾਂ ਨੂੰ ਕੇਸ ਰੈਫਰ ਕੀਤਾ। ਇੱਕ LG ਨੇ ਕੇਸ ਰੈਫਰ ਕੀਤਾ ਹੈ, ਅਸੀਂ ਵੀ ਰੈਫਰ ਕੀਤਾ ਸੀਗਾ। ਹਾਂਜੀ। ਤੇ ਬੇਸਿਕਲੀ ਗੱਲ ਇਹ ਆ ਜਿਹੜੀ ਪਹਿਲਾਂ ਹੀ ਜਿਹੜੀ ਤੁਸੀਂ ਕੀਤੀ ਹੈ ਕਿ ਆਮ ਆਦਮੀ ਪਾਰਟੀ ਨੇ 3 ਦਿਨ ਪਹਿਲਾਂ ਅਸੀਂ ਮੇਕ ਇੰਡੀਆ ਨੰਬਰ 1 ਦੀ ਮੁਹਿੰਮ ਵੀ ਸ਼ੁਰੂ ਕੀਤੀ ਆ, ਔਰ ਉਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਜਦੋਂ ਦੇ ਅਸੀਂ ਜਿੱਤੇ ਆ ਉਸ ਤੋਂ ਜ਼ਿਆਦਾ BJP ਨੂੰ ਫਿਕਰ ਲੱਗ ਗਿਆ ਆ। ਹਿਮਾਚਲ ਤੇ ਗੁਜਰਾਤ ਹੋਰ ਥਾਵਾਂ ਤੇ ਜੋ ਕੇਜਰੀਵਾਲ ਸਾਹਿਬ ਨੂੰ ਰਿਸਪੌਂਸ ਮਿਲ ਰਿਹਾ, ਜੋ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਮਿਲ ਰਿਹਾ ਆ, ਉਹਦੇ ਬਾਰੇ ਉਸ ਤੋਂ ਘਬਰਾ ਕੇ ਪਲਾਨਿੰਗ ਹੋ ਰਹੀ ਆ। ਔਰ ਈਵਨ ਆ ਜਿਹੜੇ PIL ਕੀਤੀ ਹੈ ਕਿ BJP ਦੇ ਵਕੀਲ ਨੇ ਕਿ ਰਿਓੜੀਆਂ ਵੰਡਦੇ ਆ ਤੇ ਫਲਾਣਾ ਜੇ ਉਹ ਆਪ, ਇਹਨਾਂ ਦਾ ਕੀ ਹਾਲ ਹੈ ਉਹ ਮੈਂ ਵੱਖਰੇ ਤੌਰ ਤੇ ਦੱਸੂਗਾ। ਤੇ ਉਹਦੇ ਨਾਲ ਹੀ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕੀਤੀਆਂ ਜਾ ਰਹੀਆਂ ਪਹਿਲਾਂ, ਜਦੋਂ ਕਿਉਂਕਿ ਸਾਡਾ ਸਿੱਖਿਆ ਤੇ ਸਿਹਤ ਦੋ ਸਾਡੀਆਂ ਚੀਜ਼ਾਂ ਨੇ ਜਿਹਦੇ ਤੇ ਅਸੀਂ ਮਤਲਬ ਫੋਕਸ ਕਰਕੇ ਅੱਗੇ ਵਧ ਰਹੇ ਹਾਂ। ਇਹ ਨਾ ਸਿੱਖਿਆ ਦੀ ਗੱਲ ਹੈ ਨਾ ਇਹ ਸਿਹਤ ਦੀ ਗੱਲ ਹੈ, ਤੇ ਆਬਕਾਰੀ ਨੀਤੀ ਦੀ ਸ਼ਰਾਬ ਦੀ ਗੱਲ ਹੈ। ਮੈਂ ਉਹਦੇ ਤੇ ਆ ਰਿਹਾ। ਪਹਿਲਾਂ ਤਾਂ ਸਿਹਤ ਮੰਤਰੀ ਅੰਦਰ ਕੀਤਾ, ਹੁਣ ਸਿੱਖਿਆ ਮੰਤਰੀ ਨੂੰ ਅੰਦਰ ਕਰਨ ਦੀ ਗੱਲ ਸੀਗੀ, ਉਸ ਕਰਕੇ ਫਿਰ ਜਿੱਥੇ ਆਬਕਾਰੀ ਮੰਤਰੀ ਨੂੰ, ਹਾਂਜੀ ਮਤਲਬ ਸਿੱਖਿਆ ਦੇ ਵੀ ਉਹ ਇੰਚਾਰਜ ਨੇ ਨਾ, ਉਹਨਾਂ ਨੂੰ ਮੈਂ ਉਹੀ ਗੱਲ ਕਰ ਰਿਹਾ, ਉਹਨਾਂ ਨੂੰ ਘੇਰਨਾ ਸੀਗਾ ਕਿੱਧਰ ਦੀ, ਉਹ ਆਬਕਾਰੀ ਵਾਲ ਦੇ ਪਾਸੇ ਦੀ ਉਹਨਾਂ ਨੇ ਘੇਰਿਆ। ਬੇਸਿਕਲੀ ਗੱਲ ਸੀ ਮਨੀਸ਼ ਸਿਸੋਦੀਆ ਜੀ ਨੂੰ ਅੰਦਰ ਕਿੱਦਾਂ ਕਰਨਾ ਹੈ।
ਉਹਦੇ 'ਚ ਅਸੀਂ ਆਬਕਾਰੀ ਨੀਤੀ ਬਦਲੀ ਸੀਗੀ ਪਹਿਲਾਂ ਤੋਂ ਹੀ, ਕਿਉਂਕਿ ਤੁਹਾਨੂੰ ਪਤਾ ਦਿੱਲੀ ਪੂਰੀ ਸਟੇਟ ਨਹੀਂ ਹੈਗੀ, ਤੇ ਉਹਦੇ ਵਿੱਚ ਸਾਨੂੰ ਹਰ ਇੱਕ ਚੀਜ਼ ਦੇ ਵਿੱਚ LG ਤੱਕ, ਹਰ ਇੱਕ ਫਾਈਲ LG ਤੱਕ ਜਾਂਦੀ ਹੈ। ਪਹਿਲਾਂ ਵੀ ਉਹਨਾਂ ਨੇ ਕਾਫੀ ਉਹਦੇ ਝਿੜਕੇ ਡਾਏ ਆ। ਉਸ ਤੋਂ ਬਾਅਦ ਜਦੋਂ ਅਸੀਂ ਪਾਲਿਸੀ ਚੇਂਜ ਕਰ ਦਿੱਤੀ, ਉਹਨਾਂ ਦੀ ਪ੍ਰਵਾਨਗੀ ਨਾਲ ਹੀ ਕੀਤੀ ਹੈ, ਤੇ ਆਫੀਸਰ ਨੂੰ ਡਰਾਉਣਾ ਧਮਕਾਉਣਾ ਜਾਂ यहाँ पर दुकान नहीं खुल सकती, ये नहीं हो सकता, यहाँ वो नहीं हो सकता, ਉਹਨਾਂ ਦੇ ਵਿੱਚ ਹੁਣ ਤੁਸੀਂ ਅਦਾਲਤਾਂ ਵਿੱਚ ਵੀ ਨਹੀਂ ਜਾ ਸਕਦੇ, ਕਿਉਂਕਿ ਰੈਗੂਲਰ ਤੌਰ ਤੇ ਜਿਹੜੀਆਂ ਮੋਡੈਲਿਟੀਜ਼ ਵਰਕਆਊਟ ਕਰਨ ਵਾਲੀ ਗੱਲ ਹੁੰਦੀ ਆ। ਉਹਦੇ ਵਿੱਚੋਂ ਸਾਡੀਆਂ ਸਿਰਫ 250 ਦੁਕਾਨਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ, ਉਹ ਬਾਕੀਆਂ ਦੀ ਆਕਸ਼ਨ ਹੋਣੀ ਹੁੰਦੀ ਆ, ਹੋਰ ਹੁੰਦੀ। ਆਫੀਸਰ ਜੀ ਨਹੀਂ ਸਹਿਯੋਗ ਦੇਣਾ ਬੰਦ ਕਰਤਾ, ਕਹਿੰਦੇ ਨਹੀਂ ਜੀ ਅਸੀਂ ਨਹੀਂ ਵਿੱਚ ਫਸਣਾ, ਅਸੀਂ ਸਾਡੇ ਤੇ ਐਕਸ਼ਨ ਹੋਏਗਾ, ਸਾਡੇ ਤੇ ਇੰਨਾ ਪ੍ਰੈਸ਼ਰ ਪਾਤਾ ਇਹਨਾਂ ਨੇ, ਤੇ ਨੈਚੁਰਲੀ ਸਾਨੂੰ ਨੀਤੀ ਵਾਪਸ ਲੈਣੀ ਪਈ। ਥੋੜਾ ਜਿਹਾ ਅੱਗੇ ਵਧਦੇ ਆ ਰਾਣਾ ਜੀ। ਸੰਘੇੜਾ ਸਾਹਿਬ ਤਾਂ ਕਹਿੰਦੇ ਵੀ ਬੀਜੇਪੀ ਜਿਹੜੀ ਚੜ੍ਹਤ ਆ ਆਮ ਆਦਮੀ ਪਾਰਟੀ ਦੀ, ਸਾਡੇ ਜਿਹੜੇ ਸਿੱਖਿਆ ਮੰਤਰੀ ਨੇ ਦਿੱਲੀ ਦੇ, ਜਿਨ੍ਹਾਂ ਨੇ ਬਹੁਤ ਮਹਾਨ ਕੰਮ ਕੀਤੇ, ਉਹਨਾਂ ਨੂੰ ਠੇਸ ਪਹੁੰਚਾਉਣ ਲਈ ਬੀਜੇਪੀ ਨੂੰ ਜਿਹੜਾ ਵਰਤਣਾ ਪਿਆ CBI ਨੂੰ, ਤੁਹਾਡਾ ਕੀ ਕਹਿਣਾ? ਦੇਖੋ ਤਰਲੋਚਨ ਜੀ, ਜਿਹੜੀ ED ਆ ਉਹਨੂੰ ਵਰਤਣਾ ਗਲਤ ਤਰੀਕੇ ਦੇ ਨਾਲ, ਮੈਂ ਸਮਝਦਾ ਕਾਂਗਰਸ ਪਾਰਟੀ ਇਸ ਚੀਜ਼ ਦਾ ਸਮਰਥਨ ਕਦੇ ਨਹੀਂ ਕਰੂਗੀ। ਪਰ ਕਿਤੇ ਨਾ ਕਿਤੇ ਦੋ ਚੀਜ਼ਾਂ ਇਸ ਗੱਲ ਦੇ ਵਿੱਚ, ਇਹ ਅੱਜ ਜਿਨ੍ਹਾਂ ਦੀ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਿਹਾ, ਨਿਊਯਾਰਕ ਟਾਈਮ ਪੇਪਰ ਦੇ ਵਿੱਚ ਜਿਹੜੀ ਖਬਰ ਲੱਗੀ ਆ ਵੀ ਜੀ ਮੋਦੀ ਸਾਹਿਬ ਉਹਦੇ ਤੋਂ ਘਬਰਾ ਕੇ, ਵੀ ਘਬਰਾਉਣ ਤੋਂ ਬਾਅਦ, ਸਿੱਖਿਆ ਦਾ ਮਿਆਰ ਦੇਖਣ ਤੋਂ ਬਾਅਦ ਉਹਨਾਂ ਨੇ ਜੀ ਰੇਡ ਕਰਵਾ ਦਿੱਤੀ। ਪਹਿਲਾਂ ਤਾਂ ਲੋਕਾਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ, ਜਿਵੇਂ ਤੁਸੀਂ ਪਹਿਲੇ ਸੈਗਮੈਂਟ ਦੇ ਵਿੱਚ ਕੀਤੀ ਆ, ਵੀ ਉਹ ਸਿੱਖਿਆ ਮੰਤਰੀ ਦੇ ਨਾਲ ਨਾਲ ਆਬਕਾਰੀ ਮੰਤਰੀ ਵੀ ਆ। ਲੋਕਾਂ ਨੂੰ ਇਹ ਪਤਾ ਨਹੀਂ ਗੱਲ ਦਾ ਕਿ ਉਹ ਆਬਕਾਰੀ ਮੰਤਰੀ ਵੀ ਆ। ਦੂਸਰੀ ਗੱਲ, ਜੇਸ ਇਹ ਗੱਲ ਕਰਦੇ ਆ ਕਿ ਜੀ ਪੇਪਰ ਦੇ ਵਿੱਚ ਖਬਰ ਲੱਗੀ, ਸਿੰਪਥੀ ਲੋਕਾਂ ਤੋਂ ਇਕੱਠੀ ਕਰਨੀ ਚਾਹੁੰਦੇ, ਮੈਂ ਥੋੜੀ ਜਿਹੀ ਉਹਦੇ ਬਾਰੇ ਵਿਸਤਾਰ ਪੂਰਵਕ ਤੁਹਾਨੂੰ ਦੱਸਦਾ। ਜਿਵੇਂ ਸਾਡੇ ਪੰਜਾਬ ਦੇ ਵਿੱਚ ਅਜੀਤ ਅਖਬਾਰ ਚੱਲਦਾ, ਤੇ ਉਸ ਤੋਂ ਬਾਅਦ ਕੁਛ ਇਹਦੇ ਸਪਲੀਮੈਂਟ ਉਹ ਹੁੰਦੇ ਆ ਜਿਹੜੇ ਨੈਟ ਤੇ ਚੜ ਜਾਂਦੇ ਆ ਖਬਰਾਂ ਦੇ ਤੌਰ ਦੇ ਉੱਪਰ, ਤੇ ਉਹ ਲੋਕਲ ਕੋਰਸਪੋਂਡੈਂਟ ਲਾ ਦਿੰਦੇ ਆ। ਹੁਣ ਜਿਹੜਾ ਨਿਊਯਾਰਕ ਟਾਈਮ ਦਾ ਪੱਤਰਕਾਰ ਆ ਜਿਹੜਾ ਦਿੱਲੀ ਦੇ ਵਿੱਚ ਬੈਠਾ, ਉਹਨੇ ਉਹ ਖਬਰ ਲਾਈ ਉੱਥੇ। ਚਲੋ ਦਿੱਲੀ ਦਾ ਹੁਣ ਮੇਰੀ ਗੱਲ ਪੂਰੀ ਹੋ ਰਹੀ, ਖਬਰ ਲੱਗੀ, ਉਹ ਇਹਨਾਂ ਨੇ ਦੱਸੀ ਨਹੀਂ ਵੀ ਜਿਹੜੀ ਉਹ ਨੈਟ ਤੇ ਖਬਰ ਚੱਲ ਰਹੀ ਆ ਨਿਊਯਾਰਕ ਟਾਈਮ ਦੇ ਨਾਲ ਨਾਲ, ਮੈਂ ਤੁਹਾਨੂੰ ਕਲੀਅਰ ਕਰਦਾ, ਉਹ ਪੇਪਰ ਖਲੀਜ ਟਾਈਮ ਦੇ ਉੱਪਰ ਵੀ ਲੱਗੀ ਆ। ਸੇਮ ਫੋਟੋਆਂ, ਸੇਮ ਆਰਟੀਕਲ, ਇੱਕੋ ਪੱਤਰਕਾਰ ਕਰਨਦੀਪ ਸਿੰਘ ਨੇ ਲਾਈ ਆ ਉਹ ਖਬਰ। ਸੋ ਜਿਹੜੀ ਸਰਕਾਰ ਹੈ, ਇਸ਼ਤਿਹਾਰਾਂ ਦੀ ਸਰਕਾਰ ਹੈ, ਕਰਨਾ ਕੁਝ ਇਹਨਾਂ ਨੇ ਹੈ ਨਹੀਂ, ਇਸ਼ਤਿਹਾਰ ਲਾ ਕੇ ਪਬਲਿਸਿਟੀ ਲੈਣੀ, ਸਿੰਪਥੀ ਲੈਣੀ ਲੋਕਾਂ ਤੋਂ। ਫਿਰ ਦੂਸਰੀ ਗੱਲ, ਜਿੱਦਾਂ ਦੇ ਕਰਨਗੇ, ਹੁਣ ਪੰਜਾਬ ਦੇ ਵਿੱਚ ਸੀ, ਪੰਜਾਬ ਦੇ ਵਿੱਚ ਵੀ ਇਹਨਾਂ ਨੇ ਇਹੀ ਕੁਝ ਕੀਤਾ। ਪਹਿਲਾਂ ਇਹ ਦੇਖ ਲਿਆ, ਇਹ ਇਸ਼ਤਿਹਾਰਬਾਜ਼ੀ ਦੀ ਸਰਕਾਰ ਹੈ ਤੁਹਾਡੀ? ਨਹੀਂ, ਦੇਖੋ ਇਦਾਂ ਦੀ ਕੋਈ ਗੱਲ ਨਹੀਂ ਹੈ, ਤੁਹਾਨੂੰ ਪਤਾ ਹੀ ਆ ਕਿ ਇਹ ਵੀ ਇੱਕ ਪ੍ਰਕਿਰਿਆ ਦਾ ਹਿੱਸਾ ਆ, ਬਕਾਇਦਾ ਡਿਪਾਰਟਮੈਂਟ ਹੈ ਗਵਰਨਮੈਂਟ ਦਾ। ਸੋ ਇਹਦੇ ਮਤਲਬ ਸਾਰੀਆਂ ਸਰਕਾਰਾਂ ਹੀ ਪ੍ਰਚਾਰ ਕਰਦੀਆਂ ਰਹੀਆਂ, ਨਾਲੇ ਇਸ ਨਿਊਜ਼ ਦੇ ਵਿੱਚ ਪ੍ਰਚਾਰ ਵਾਲੀ ਕੋਈ ਗੱਲ ਨਹੀਂ ਹੈਗੀ। ਇੱਕ ਗੱਲ, ਇਸ ਨਿਊਜ਼ ਦੇ ਤੁਸੀਂ ਬਹੁਤ ਸੀਨੀਅਰ ਅਫਸਰ ਵੀ ਰਹੇ ਜੇ ਪੰਜਾਬ ਸਰਕਾਰ 'ਚ, ਬਹੁਤ ਤੁਹਾਡਾ ਤਜਰਬਾ, ਕਿ ਪੰਜਾਬ 'ਚ ਜੇ 600 ਯੂਨਿਟ ਬਿਜਲੀ ਮੁਆਫ ਕਰਨੀ ਹੈ, ਉਹਦੀ ਐਡ ਪੰਜਾਬ 'ਚ ਦੇਣੀ ਚਾਹੀਦੀ ਹੈ ਕਿ ਗੁਜਰਾਤ, ਮੱਧ ਪ੍ਰਦੇਸ਼ ਜਾਂ ਗੋਆ ਜਾਂ ਹਿਮਾਚਲ, ਉੱਥੇ ਵੀ ਜਾਣੀ ਚਾਹੀਦੀ ਹੈ? ਇਹ ਜਸਟੀਫਾਈਡ ਹੈ? ਇਸ ਤਰ੍ਹਾਂ ਆ ਵੀ ਜਦੋਂ ਆਪਾਂ ਕੋਈ ਵੀ ਐਡ ਦਿੰਦੇ ਆ, ਤੁਸੀਂ ਵੱਡੇ ਵੱਡੇ ਅਦਾਰਿਆਂ 'ਚ ਸੀਨੀਅਰ ਪੱਤਰਕਾਰ ਰਹੇ ਹੋ, ਉਹਦੇ 'ਚ ਬਹੁਤਾ ਡਿਫਰੈਂਸ ਨਹੀਂ ਹੁੰਦਾ। ਜਦੋਂ ਤੁਸੀਂ, ਜਿੱਦਾਂ ਟ੍ਰਿਬਿਊਨ ਦਾ ਅਦਾਰਾ ਹੈਗਾ, 3 ਨਿਊਜ਼ਪੇਪਰ, ਹਿੰਦੀ 'ਚ ਹੈਗਾ, ਪੰਜਾਬੀ 'ਚ ਹੈਗਾ, ਇੰਗਲਿਸ਼ 'ਚ ਹੈਗਾ, ਜੇ ਤੁਸੀਂ ਮਤਲਬ ਇੱਕ 'ਚ ਦਿੰਦੇ ਤਾਂ ਮਾਰਜਨਲ ਜਿਹੇ ਪੈਸੇ ਤੇ ਹੀ ਉੱਥੋਂ ਦੂਜੀ ਅਖਬਾਰ 'ਚ ਵਿੱਚ ਵੀ ਉਹ ਐਡ ਆ ਜਾਂਦੀ ਹੈ। ਜੇ ਕੋਈ ਇਸ ਤਰ੍ਹਾਂ ਨਾਲ ਦੂਜੀਆਂ ਅਖਬਾਰਾਂ 'ਚ ਚਲੇਗੀ ਆ ਤਾਂ ਉਹਦੇ 'ਚ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈਗਾ। ਪੰਜਾਬ ਦੀਆਂ, ਚੰਡੀਗੜ੍ਹ ਦੀਆਂ ਅਖਬਾਰਾਂ ਨਾਲ ਗੁਜਰਾਤ, ਮੱਧ ਪ੍ਰਦੇਸ਼, ਹਿਮਾਚਲ, ਉਹਦਾ ਕੀ ਲਿੰਕ? ਜੇ HT ਦੇ ਆਪਾਂ ਕੋਈ ਵੀ ਦਿੰਨੇ ਆ, HT 'ਚ ਦੂਜੇ ਸੂਬਿਆਂ ਵਿੱਚ ਵੀ ਤੇ ਜਾਂਦੀ ਹੈ ਨਾ ਗੱਲ। ਸੋ ਉਹਦੇ ਹਿਸਾਬ ਨਾਲ ਕੁਝ ਚੀਜ਼ਾਂ ਬੜੇ, ਮੈਂ ਸਤਿਕਾਰਯੋਗ ਆ ਤੇ ਤੁਸੀਂ ਵੀ ਸੀਨੀਅਰ ਰਹੇ ਹੋ, ਤੇ ਖੈਰ ਜਿਹੜੀ ਕਿ ਮੇਰੀ ਸਿੱਖਿਆ ਉਹ ਵੀ ਜਰਨਲਿਜ਼ਮ ਦੇ ਨਾਲ ਹੀ ਆ। ਜਿਹੜਾ ਇੱਕ ਰੇਟ ਹੁੰਦਾ ਉਹਦਾ, ਜ਼ਿਲ੍ਹੇ ਦੇ ਵਿੱਚ ਖਬਰ ਲਾਉਣ ਦਾ ਰੇਟ ਹੋਰ ਹੁੰਦਾ, ਫਰੰਟ ਪੇਜ ਦਾ ਹੋਰ ਹੁੰਦਾ, ਐਡਵਰਟਾਈਜ਼ਮੈਂਟ ਲਾਉਣ ਦਾ ਰੇਟ ਹੋਰ ਹੁੰਦਾ। ਜੇ ਅਸੀਂ ਪੰਜਾਬ ਲੈਵਲ ਤੇ ਕੋਈ ਇਸ਼ਤਿਹਾਰ ਲਾਉਣਾ, ਉਹਦਾ ਰੇਟ ਅਲੱਗ ਹੁੰਦਾ, ਤੇ ਜੇ ਉਹੀ ਇਸ਼ਤਿਹਾਰ ਜਾ ਕੇ ਦੂਜੀ ਸਟੇਟ 'ਚ ਲੱਗੇ, ਉਹਦਾ ਫਰਕ ਹੋਰ ਹੁੰਦਾ। ਤੇ ਆਹ ਜਿਹੜਾ ਇਸ਼ਤਿਹਾਰ ਲੱਗਿਆ ਤੁਹਾਨੂੰ ਮੈਂ ਦਿਖਾਇਆ, ਪੇਪਰਾਂ ਦੇ ਵਿੱਚ ਲਵਾਇਆ ਇਹਨਾਂ ਨੇ, ਖਬਰ ਹੈ, ਇਸ਼ਤਿਹਾਰ ਤਾਂ ਨਹੀਂ। ਮੈਂ ਤੁਹਾਨੂੰ ਦੱਸਦਾ ਨਾ, ਫੇਰ ਗੱਲ ਆ ਜਾਂਦੀ ਹੈ, ਈ ਪੇਪਰ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਖਬਰਾਂ ਲੱਗਦੀਆਂ, ਉਹ ਕੇਸ ਬੇਸਿਸ ਦੇ ਉੱਪਰ ਲੱਗਦੀਆਂ, ਠੀਕ ਹੈ ਨਾ? 2 ਮਿੰਟ ਦੱਸਾਂਗੇ, ਮੈਂ ਤੁਹਾਡੀ ਗੱਲ ਦੇ ਵਿੱਚ ਬੋਲਿਆ ਨਹੀਂ, ਨਿਊਜ਼ ਤਾਂ ਨਿਊਜ਼ ਹੀ ਹੈ, ਪਲੀਜ਼ ਮੇਰੀ ਗੱਲ ਦੇ ਵਿੱਚ ਬੋਲਿਆ ਨਹੀਂ। ਸੋ ਇੱਕੋ ਪੱਤਰਕਾਰ ਇੱਕੋ ਥਾਂ ਦੇ ਉੱਤੇ ਖਬਰ ਲਾ ਰਿਹਾ, ਸੇਮ ਸਟੋਰੀ ਲਾ ਰਿਹਾ। ਸੋ ਇਸ ਤੋਂ ਹੀ ਜਾਣ ਸਕਦੇ ਹਾਂ ਕਿ ਇਸ਼ਤਿਹਾਰਾਂ ਦੀ ਸਰਕਾਰ ਆ, ਕੋਈ ਕੰਮ ਕਰਨਾ ਨਹੀਂ ਹੈਗਾ। ਪੰਜਾਬ ਦਾ ਪੈਸਾ, ਇੱਕ ਪਾਸੇ ਕਹਿੰਦੇ ਸੀ ਜੀ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਬੜਾ ਪੈਸਾ ਪੰਜਾਬ ਦਾ ਬਰਬਾਦ ਕੀਤਾ ਗਿਆ, ਖੂਹਾਂ ਦੇ ਵਿੱਚ ਪੈਸਾ ਸਿੱਟਿਆ ਗਿਆ, ਤੇ ਉਸ ਪੈਸੇ ਨੂੰ ਅਸੀਂ ਬਚਾਵਾਂਗੇ।
ਸੇਵਿੰਗਸ ਕਰਾਂਗੇ। ਕੀ ਸੇਵਿੰਗਸ ਇਹ ਹੈਗੀਆਂ ਵੀ ਪੰਜਾਬ ਦੇ ਵਿੱਚ ਖਬਰ ਲੱਗਣ ਦੀ ਜਾਂ ਪੰਜਾਬ ਦਾ ਜਿਹੜਾ ਪੈਸਾ ਉਹ ਜਾ ਕੇ ਇਸ਼ਤਿਹਾਰ ਦੂਜੀਆਂ ਸਟੇਟਾਂ ਦੇ ਵਿੱਚ ਲੱਗਣਾ, ਕੀ ਇਸ ਤਰ੍ਹਾਂ ਪੈਸੇ ਦੀ ਬਚਤ ਹੁੰਦੀ ਆ? ਦੂਸਰੀ ਗੱਲ, ਇਹਨਾਂ ਨੇ ਬੜੇ ਤੰਜ ਕਸੇ, ਮੁੱਖ ਮੰਤਰੀ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ, ਜਦੋਂ ਕਿ ਪਹਿਲਾਂ ਪਾਵਰ 'ਚ ਨਹੀਂ ਸੀ, ਕਿ ਜੀ ਜਿਹੜਾ ਉੱਡਣ ਖਟੋਲਾ ਜਿਹੜਾ ਹੈਗਾ ਸਾਡਾ ਜਹਾਜ਼ ਆ ਪੰਜਾਬ ਸਰਕਾਰ ਦਾ, ਕੈਪਟਨ ਸਾਹਿਬ ਦੂਜੇ ਦਿਨ ਲੈ ਕੇ ਉੱਥੇ ਸ਼ਿਮਲੇ ਜਾਂਦੇ ਰਹਿੰਦੇ ਆ, ਚਹਿਲ ਬੈਠ ਜਾਂਦੇ ਆ ਜਾ ਕੇ। ਕੀ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਉਹ ਜਹਾਜ਼ ਹੁਣ ਨਹੀਂ ਸ਼ਿਮਲੇ ਜਾਂਦਾ ਦੂਜੇ ਦਿਨ ਰੈਲੀ ਕਰਨ? ਕੀ ਉਹ ਜਹਾਜ਼ ਗੁਜਰਾਤ ਨਹੀਂ ਜਾਂਦਾ? ਕੀ ਜਿਹੜਾ ਉਹ ਜਹਾਜ਼ ਹੈਗਾ ਅੱਜ ਜਿਹੜੀ ਕੱਟੜ ਵਿਰੋਧੀ ਸਰਕਾਰ ਹਰਿਆਣੇ ਦੇ ਵਿੱਚ ਬੀਜੇਪੀ ਦੀ, ਜਿਨ੍ਹਾਂ ਨੇ ਕਿਸਾਨੀ ਨੂੰ ਢਾਹ ਲਾਈ, ਉਹ ਖੱਟਰ ਸਰਕਾਰ, ਚੁਟਾਲਿਆਂ ਦੀ ਸਰਕਾਰ, ਜਿਨ੍ਹਾਂ ਨੇ ਸਾਨੂੰ ਬਾਰਡਰ ਤੇ ਜਾਣ ਲੱਗੇ ਸਾਡੇ ਤੇ ਗੋਲੀਆਂ ਵਰਾਈਆਂ, ਕਿਸ ਪਾਵਰ ਦੇ ਵਿੱਚ ਸਾਡਾ ਹੈਲੀਕਾਪਟਰ ਵਰਤ ਰਿਹਾ? ਦੁਸ਼ਯੰਤ ਚੁਟਾਲਾ ਉਹ ਹੈਲੀਕਾਪਟਰ ਕਿਸ ਪਾਵਰ ਦੇ ਵਿੱਚ ਵਰਤ ਰਿਹਾ? ਸੋ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣਾ ਛੱਡੋ। ਸੋਸ਼ਲ ਮੀਡੀਆ ਪਲੇਟਫਾਰਮ ਇਦਾਂ ਦਾ ਹੈ, ਉਹਦੇ ਤੇ ਹਰੇਕ ਗੱਲ ਜਿਹੜਾ ਸੀਬੀਆਈ ਦੇ ਬਾਅਦ ਚ ਜਾਂਦੇ, ਪਹਿਲਾਂ ਇਹਦਾ ਹੀ ਜਵਾਬ ਦੇ ਦਿਓ। ਨਹੀਂ, ਮੈਂ ਤਾਂ ਇਹ ਕਹਿੰਦਾ ਵੀ ਅੱਜ ਦਾ ਟੌਪਿਕ ਨਹੀਂ ਹੈਗਾ ਇਹ, ਪਰ ਇਹਦਾ ਮੈਨੂੰ ਨਹੀਂ ਪਤਾ ਵੀ ਹਰਿਆਣੇ ਵਾਲੇ ਕਿਸੇ ਮੰਤਰੀ ਨੇ ਜਾਂ ਕਿਸੇ ਲੀਡਰ ਨੇ ਵੀ ਯੂਜ਼ ਕੀਤਾ ਜਾਂ ਕਿਸ ਤਰ੍ਹਾਂ। ਉਹ ਤਾਂ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੈ, ਆਪਣੇ ਕੰਮ ਦੇ ਲਿਹਾਜ਼ ਨਾਲ ਯੂਜ਼ ਕਰਨਾ ਪੈਂਦਾ ਹੈ, ਜਿੱਥੇ ਜਿੱਥੇ ਥੋੜੀ ਦੇਰ ਲਈ ਵੀ ਜਾਣਾ ਆ। ਉਹ ਕੋਈ ਆਪਣੇ ਨਿੱਜੀ ਫਾਇਦਿਆਂ ਲਈ ਜਾਂ ਨਿੱਜੀ ਕੰਮਾਂ ਲਈ ਥੋੜੀ ਯੂਜ਼ ਕਰ ਰਹੇ ਆ। ਸੋ ਉਹਦੇ ਤੇ ਨਹੀਂ ਤੁਸੀਂ ਕਰ ਸਕਦੇ। ਅਸੀਂ ਜੇ ਕਾਂਗਰਸ ਦਾ ਵਿਰੋਧ ਕਰਦੇ ਸੀਗੇ ਜਾਂ ਹੁਣ ਵੀ ਜਿਹੜੇ ਕੇਸ ਸਾਹਮਣੇ ਆ ਰਹੇ ਆ, ਅਸੀਂ ਜਿਹੜਾ ਖਜ਼ਾਨੇ 'ਚ ਪੈਸਾ ਆਉਣਾ ਚਾਹੀਦਾ ਜਾਂ ਜਿਹੜਾ ਘਰਾਂ 'ਚ ਪੈਸਾ ਜਾਂਦਾ ਸੀ, ਜਿਹੜਾ ਨਿੱਜੀ ਹੱਥਾਂ 'ਚ ਜਾਂਦਾ ਸੀਗਾ, ਹੁਣ ਇਸ ਵੇਲੇ ਦੇ ਜਿਹੜੇ ਘਪਲੇ ਹੋਏ ਆ, ਸੋਨੇ ਦੀਆਂ ਇੱਟਾਂ ਤਾਂ ਅਫਸਰਾਂ ਕੋਲੋਂ ਬਰਾਮਦ ਹੋ ਰਹੀਆਂ, ਹਾਂਜੀ, ਤੇ 10 ਕਰੋੜ ਇਹਨਾਂ ਦੇ ਹੁੰਦਿਆਂ ਹੀ ਮੁੱਖ ਮੰਤਰੀ ਸਾਹਿਬ ਦੇ ਭਤੀਜੇ ਦੇ ਕੋਲੋਂ ਕੈਸ਼ ਬਰਾਮਦ ਹੋਇਆ, ਹੋਰ ਕਰੋੜਾਂ ਰੁਪਏ ਦੀ ਹੋਰ ਪ੍ਰਾਪਰਟੀ ਬਰਾਮਦ ਹੋਈ ਆ। ਬੇਸਿਕਲੀ ਤਾਂ ਸਾਡੀ ਉਸ ਚੀਜ਼ ਦੀ ਲੜਾਈ ਸੀਗੀ, ਐਂਟੀ ਕਰਪਸ਼ਨ ਲੜਾਈ ਸੀਗੀ, ਜਿਹੜੀ ਕਿ ਹੁਣ ਵੀ ਚੱਲ ਰਹੀ ਆ। ਸੋ ਇਹ ਜੇ ਕਿਸੇ ਪਾਸੇ ਇਹਦੇ ਉਲਟ ਸੰਘੇੜਾ ਸਾਹਿਬ, ਸੀਬੀਆਈ ਤੁਹਾਡੇ ਉਪ ਮੁੱਖ ਮੰਤਰੀ ਜਿਹੜੇ ਦਿੱਲੀ ਦੇ, ਉਹਨਾਂ ਦੇ ਦੋਸ਼ ਲਾ ਰਹੇ ਆ ਵੀ ਜਿਹੜਾ ਘਪਲਾ ਹੋਇਆ ਉਹਦੇ ਚ ਇਨਵੋਲਵਡ ਨੇ, ਉਹਨਾਂ ਦੇ ਘਰ ਰੇਡ ਕਰ ਰਹੇ ਨੇ। ਨਹੀਂ, ਮੈਂ ਤਾਂ ਬੜਾ ਸੀਰੀਅਸ ਨਾ ਉਹਦੇ ਚ ਠੀਕ ਹੈ, ਅਸੀਂ ਵੈਲਕਮ ਕੀਤਾ ਆ ਸੀਬੀਆਈ ਦਾ, ਅਸੀਂ ਕੋਈ ਵਿਰੋਧੀ ਨਹੀਂ ਹੈ। ਆਫਿਸਰ ਤੁਸੀਂ ਤਾਂ ਵਿਰੋਧ ਕਰ ਰਹੇ ਜੇ। ਨਹੀਂ ਅਸੀਂ ਦਿੱਲੀ ਦੇ ਜਿਹੜੀ ਹੈ ਲੀਡਰਸ਼ਿਪ ਜਿਹੜੀ ਹੈ, ਉਹ ਮੋਦੀ ਸਾਹਿਬ ਤੇ ਸ਼ਾਹ ਸਾਹਿਬ ਦੇ ਘਰ ਅੱਗੇ ਪ੍ਰੋਟੈਸਟ ਕਰਨ ਦੀ ਤਿਆਰੀ ਕਰ ਰਹੀ ਹੈ। ਐਕਸਪੋਜ਼ ਕਰ ਰਹੇ ਹਾਂ ਬੀਜੇਪੀ ਲੀਡਰਸ਼ਿਪ ਨੂੰ, ਕੇਂਦਰ ਸਰਕਾਰ ਨੂੰ, ਮੋਦੀ ਦੀ ਸਰਕਾਰ ਨੂੰ, ਕਿ ਕਿੱਦਾਂ ਹੱਥ ਧੋ ਕੇ ਮਗਰ ਪਏ ਹੋਏ ਆ। ਪਰ ਨਾਲ ਹੀ ਅਸੀਂ ਇਹ ਕਹਿ ਰਹੇ ਹਾਂ ਵੀ ਸੀਬੀਆਈ ਦੇ ਅਫਸਰਾਂ ਦਾ ਕੋਈ ਕਸੂਰ ਨਹੀਂ ਹੈ, ਉਹ ਹੁਕਮ ਮੰਨ ਕੇ ਆਏ ਆ। ਜਿੱਦਾਂ ਇਹ ਪਹਿਲੀ ਵਾਰੀ ਨਹੀਂ ਸੀਬੀਆਈ ਦਾ ਰੇਡ ਹੋਇਆ ਸਾਡੇ ਲੀਡਰਾਂ ਤੇ, ਕੇਜਰੀਵਾਲ ਸਾਹਿਬ ਦੇ ਘਰ 2-3 ਵਾਰੀ ਹੋ ਚੁੱਕਾ। ਈਵਨ ਮੁੱਖ ਮੰਤਰੀ ਦੇ ਦਫ਼ਤਰ 'ਚ ਕਦੀ ਰੇਡ ਨਹੀਂ ਹੁੰਦਾ, ਉਹਨਾਂ ਦੇ ਦਫ਼ਤਰ 'ਚ ਵੀ ਰੇਡ ਹੋ ਚੁੱਕਾ। ਔਰ ਹੋਰ ਵੀ ਥਾਵਾਂ ਤੇ ਝੂਠੇ ਕੇਸ ਵੀ ਬਣਾਏ ਗਏ ਆ, 100 ਤੋਂ ਵੱਧ ਕੇਸ ਐਮਐਲਏ ਤੇ ਮੰਤਰੀਆਂ ਤੇ ਬਣਾਏ ਆ। ਔਰ ਬਹੁਤੇ ਕੇਸਾਂ 'ਚੋਂ ਐਨ ਪਾਕ ਸਾਫ਼ ਨਿਕਲਿਆ, ਸਾਰੇ ਕੇਸ ਜਾ ਕੇ ਅਦਾਲਤ ਵਿੱਚ ਡਿੱਗੇ ਆ। ਇਹਨਾਂ ਨੇ ਇੱਥੇ ਤੱਕ ਸਾਡੇ 21 ਐਮਐਲਏ ਬਰਖਾਸਤ ਕਰਤੇ ਸੀਗੇ, ਰਾਤੋਂ ਰਾਤ ਫਾਈਲ ਲਿਜਾ ਕੇ ਚੋਰਾਂ ਵਾਂਗ, ਉਹ ਸਾਰੇ ਬਾਹਰ ਹੋਏ। ਸੋ ਇਦਾਂ ਹੀ ਇਹ ਕੇਸ ਜਿਹੜਾ ਮਨੀਸ਼ ਸਿਸੋਦੀਆ ਜੀ ਦੇ ਖਿਲਾਫ ਜੋ ਇਹ ਸਾਜ਼ਿਸ਼ ਰਚ ਰਿਹਾ, ਇਹ ਵੀ ਇਦਾਂ ਹੀ ਕੇਸ ਡਿੱਗੂ। ਤਰਲੋਚਨ ਜੀ, ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਰ ਚੁੱਕਿਆ ਕਿ ਕਾਂਗਰਸ ਪਾਰਟੀ ਇਸ ਗੱਲ ਦੇ ਵਿਰੋਧ 'ਚ, ਜੇ ਕਿਸੇ ਦੀ ਇੰਡੀਪੈਂਡੈਂਟ ਏਜੰਸੀ ਕਿਸੇ ਨੇ ਧੱਕਾ ਕਰ, 2 ਮਿੰਟ ਗੱਲ ਸੁਣੋ। ਨਾ ਗਲਤ ਕਿਉਂ? ਜਿਸ ਟਾਈਮ ਰਾਹੁਲ ਗਾਂਧੀ ਜੀ ਨੂੰ ਈਡੀ ਨੇ ਬੁਲਾਇਆ ਸੀ, ਸੋਨੀਆ ਗਾਂਧੀ ਜੀ ਨੂੰ ਬੁਲਾਇਆ ਸੀ, ਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਅਸੀਂ ਧਰਨਾ ਦੇ ਰਹੇ ਸੀ ਉੱਥੇ, ਉਸ ਵੇਲੇ ਤੰਦ ਕੱਸ ਰਹੇ ਸੀ। ਇੱਕ ਭਗਵੰਤ ਮਾਨ ਨੇ ਤੰਦ ਕੀਤਾ ਸੀ ਕਿ ਪੰਜਾਬ ਦੇ ਲੋਕਾਂ ਨੇ ਜੀ ਵਿਹਲੇ ਕਰਕੇ ਬਾਤੇ, ਹੁਣ ਇਹ ਸੜਕਾਂ ਦੇ ਉੱਤੇ ਆ ਕੇ ਧਰਨੇ ਲਾਉਂਦੇ ਆ। ਅਸੀਂ ਵੀ ਜਿਹੜਾ ਨੈਸ਼ਨਲ ਹੈਰਾਲਡ ਨਿਊਜ਼ਪੇਪਰ ਸੀਗਾ, ਜਿਹੜਾ ਕਿ ਦੇਸ਼ ਭਗਤਾਂ ਲਈ ਚਲਾਇਆ ਗਿਆ ਸੀ, ਜਵਾਹਰ ਲਾਲ ਨਹਿਰੂ ਦਾ ਪੇਪਰ ਸੀ, ਉਹਨਾਂ ਲੋਕਾਂ ਦੀਆਂ ਤਨਖਾਹਾਂ ਦੇਣ ਵਾਸਤੇ ਕਾਂਗਰਸ ਪਾਰਟੀ ਨੇ ਆਪਦੇ ਨਿੱਜੀ ਫੰਡਾਂ ਦੇ ਵਿੱਚੋਂ ਉਹਨਾਂ ਦੀਆਂ ਪੈਸੇ ਦਿੱਤੇ ਸੀ। ਉਹਦੇ ਪੁਰਾਣਾ ਕੇਸ ਕੱਢ ਕੇ ਉਹਨੂੰ ਖੋਲਿਆ। ਉਸ ਵੇਲੇ ਤਾਂ ਸਾਨੂੰ ਤੰਜ ਕੱਸਦੇ ਸੀ ਕਿ ਜੀ ਇਹ ਵਿਹਲੇ ਐਉਂ ਹੀ ਸੜਕਾਂ ਤੇ ਤੁਰੇ ਫਿਰਦੇ ਆ। ਹੁਣ ਮੈਂ ਅੱਜ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਸੰਘੇੜਾ ਸਾਹਿਬ ਨੂੰ ਕਿ ਜਦੋਂ ਪਾਲਿਸੀ ਲੈ ਕੇ ਆਈ ਸੀ, ਆਬਕਾਰੀ ਪਾਲਿਸੀ ਦੀ ਜਿਹੜੀ ਗੱਲ ਕਰ ਰਹੇ ਆ, ਉਦੋਂ ਸਿਸੋਦੀਆ ਸਾਹਿਬ ਕਹਿ ਰਹੇ ਸੀ ਕਿ ਜੀ ਸਾਨੂੰ ਪਹਿਲਾਂ 6000 ਕਰੋੜ ਦਾ ਫਾਇਦਾ ਹੁੰਦਾ ਸੀ, ਹੁਣ ਜਦੋਂ ਇਹ ਪਾਲਿਸੀ ਲੈ ਕੇ ਆਵਾਂਗੇ ਜਿਹਦੇ ਤੇ ਅੱਜ ਕੁਐਸਚਨ ਮਾਰਕ ਲੱਗਿਆ, ਉਦੋਂ ਬਾਅਦ ਸਾਨੂੰ 9000 ਕਰੋੜ ਤੇ ਸਮਥਿੰਗ ਦਾ ਫਾਇਦਾ ਹੋਊਗਾ। ਜੇ ਇਹਨਾਂ ਨੂੰ ਪ੍ਰੋਫਿਟ ਦੇ ਵਿੱਚ ਜਾ ਰਹੀ ਸੀ, ਫਿਰ ਇਹਨਾਂ ਨੇ ਜੀ ਉਹਦੇ 'ਚ ਚੇਂਜਸ ਕਿਉਂ ਕੀਤੇ? ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਸ ਨੀਤੀ ਦੇ ਵਿੱਚ ਬਹੁਤ ਵੱਡਾ ਘਪਲਾ ਹੋਇਆ, ਕੇਜਰੀਵਾਲ ਦੀ ਸ਼ਹਿ ਦੇ ਵਿੱਚ ਹੋਇਆ, ਤੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਕੀਤਾ। ਅੱਜ ਹੋਰ ਸੂਬਿਆਂ ਦੇ ਵਿੱਚ ਛਾਪੇ ਮਾਰਨ ਦਾ ਕੀ ਮਤਲਬ? ਜਿਹੜਾ ਪੰਜਾਬ ਦੇ ਵਿੱਚ ਜਾਂ ਹੋਰ ਸੂਬਿਆਂ ਦੀ ਆਪਾਂ ਗੱਲ ਕਰਦੇ ਹਾਂ, ਉਹ 'ਚ ਛਾਪੇ ਮਾਰਨ ਦਾ ਕਾਰਨ ਇਹੀ ਆ ਕਿਉਂਕਿ ਜਿਵੇਂ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਆ, ਸਕੂਲਾਂ ਨੂੰ ਲੈ ਕੇ, ਮੁਹੱਲਾ ਕਲੀਨਿਕਾਂ ਨੂੰ ਲੈ ਕੇ, ਤੇ ਆਬਕਾਰੀ ਪਾਲਿਸੀ ਨੂੰ ਲੈ ਕੇ ਵੀ ਇਹਨਾਂ ਨੇ ਗੱਲ ਕੀਤੀ ਆ। ਬਹੁਤ ਸਾਰੇ ਖੁਲਾਸੇ ਹੋਣੇ, ਪੰਜਾਬ ਦੇ ਵਿੱਚੋਂ ਵੀ ਬਹੁਤ ਕੁਝ ਨਿਕਲੂਗਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਉਹ ਸਿਆਣੇ ਕਹਿ ਦਿੰਦੇ ਹੁੰਦੇ ਵੀ ਜਦੋਂ ਦੂਜੇ ਦੇ ਲੱਗੇ ਅੱਗ, ਸਾਡੇ ਲੱਗੇ ਅੱਗ, ਤੇ ਦੂਜੇ ਦੇ ਬਸੰਤ ਵਾਲੀ ਗੱਲ ਹੁੰਦੀ ਆ। ਸੋ ਇਹਨਾਂ ਨੂੰ ਇਹ ਜਾਣਨਾ ਚਾਹੀਦਾ ਕਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਫਸਾ ਰਹੇ ਆ,
ਕਿਸ ਤਰ੍ਹਾਂ ਇਸ਼ਤਿਹਾਰਬਾਜ਼ੀ ਕਰਕੇ ਜੀ ਅੱਜ ਰਾਣਾ ਜੀ ਉਹ ਗੱਲ ਤੇ ਹੋ ਗਈ ਵੱਖਰੀ, ਫਸਾਰੇ ਉੱਤੇ ਆਪਾਂ ਬਾਅਦ ਚ ਆਉਂਦੇ, ਪਰ ਇੱਕ ਗੱਲ ਤੇ ਤੁਸੀਂ ਮੰਨਦੇ ਜੇ ਨਾ ਵੀ ਬੀਜੇਪੀ CBI ਨੂੰ ਵਰਤਦੀ ਹੈ, ਜੇ ਵਰਤਦੀ ਹੈ ਤਾਂ ਫਿਰ ਹਾਂ ਦਾ ਨਾਰਾ ਮਾਰੋ। ਅਸੀਂ ਤਾਂ ਇਹ ਗੱਲ ਕਹਿੰਦੇ ਆ ਜੇ ਗਲਤ ਵਰਤ ਰਹੀ ਆ ਜਾਂ ਕੋਈ CBI ਆਪਦੀ ਉਹਦੇ ਤੇ ਇਨਕੁਆਇਰੀ ਕਰ ਰਹੀ ਆ, ਇਨਕੁਆਇਰੀ ਦੇ ਚ ਉਹਨਾਂ ਦਾ ਸਾਥ ਦੇਣ, ਸਾਥ ਦੇ ਕੇ ਜੇ ਕੋਈ ਕਰਪਸ਼ਨ ਨਹੀਂ ਕੀਤੀ ਤਾਂ ਪਾਕ ਸਾਫ਼ ਹੋ ਕੇ ਆ ਜਾਣਗੇ। ਫਿਰ ਤੁਸੀਂ ਚੀਕਾਂ ਮਾਰਨ ਦੀ ਤਾਂ ਲੋੜ ਨਹੀਂ। ਤੁਸੀਂ ਰਾਹੁਲ ਗਾਂਧੀ ਹੋਣਾ ਦੇ ਹੱਕ 'ਚ ਫਿਰ ਧਰਨੇ ਮਾਰੇ। ਰਾਹੁਲ ਗਾਂਧੀ ਦੇ ਹੱਕ, ਰਾਹੁਲ ਗਾਂਧੀ ਹੋਰਾਂ ਦੇ ਹੱਕ 'ਚ ਆ, ਪੁਰਾਣਾ ਕੇਸ ਸੀ। ਉਸ ਤੋਂ ਬਾਅਦ ਜਾ ਕੇ ਹੁਣ ਜਦੋਂ ਉਹਨਾਂ ਨੂੰ ਪੁੱਛ-ਗਿੱਛ ਕੀਤੀ 4 ਘੰਟੇ ਦੀ ਕਰ ਲਈ, ਫਿਰ ਉਸ ਤੋਂ ਬਾਅਦ ਫੇਰ ਬੁਲਾ ਲਿਆ, ਉਹਨਾਂ ਨੂੰ ਹਰਾਸ ਕਰ ਰਹੇ ਸੀ, ਮੈਂਟਲੀ ਟਾਰਚਰ ਕਰ ਰਹੇ ਸੀ। ਸਾਡਾ ਉਸ ਗੱਲ ਨੂੰ ਸਵਾਲ ਸੀ ਵੀ ਤੁਹਾਡੀ ਪੁੱਛ-ਗਿੱਛ ਸੀ ਭਾਈ, ਤੁਸੀਂ ਕਰੋ, ਅਸੀਂ ਨਹੀਂ ਕਹਿੰਦੇ। ਰਾਹੁਲ ਜੀ ਨੇ ਵੀ ਇਹ ਗੱਲ ਕਹੀ ਆ ਵੀ ਨਾ ਅਸੀਂ ਡਰੇ ਆ BJP ਤੋਂ, ਨਾ ਡਰਾਂਗੇ, ਪਰ ਹਰਾਸਮੈਂਟ ਤੇ ਗੱਲ ਸੀ, ਵਾਰ-ਵਾਰ ਬੁਲਾਉਣਾ ਐਡੇ ਲੀਡਰ ਨੂੰ ਤੇ ਉਹਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰਨਾ। ਸਵਾਲ ਹੈ, ਤਾਜੀ ਘਟਨਾ ਵਾਪਰੀ ਹੈ, ਬਿਕਰਮ ਸਿੰਘ ਮਜੀਠੀਆ ਨੂੰ ਤੁਹਾਡੀ ਸਰਕਾਰ ਨੇ ਡਰੱਗ ਦੇ ਕੇਸ 'ਚ ਜੇਲ੍ਹ 'ਚ ਕੀਤਾ ਬੰਦ, ਠੀਕ ਹੈ ਜੀ। ਉਹ ਕਈ ਗੱਲਾਂ ਨੇ ਉਹਦੇ 'ਚ ਆਉਂਦੀਆਂ, ਸ਼ਰੇਆਮ ਬਿਆਨ ਵੀ ਆਏ, ਨਵਜੋਤ ਸਿੱਧੂ ਉਹਨਾਂ ਦੇ ਬਿਆਨ ਆਏ, ਚਰਨਜੀਤ ਚੰਨੀ ਉਹਨਾਂ ਦੇ, ਰੰਧਾਵਾ ਸਾਹਿਬ ਦੇ ਵੀ, ਠੋਕਾਂਗੇ ਇਹ ਕਰਾਂਗੇ। ਹਾਈ ਕੋਰਟ ਨੇ ਇਹ ਗੱਲ ਕਹੀ ਹੈ ਵੀ ਨਾ ਬਿਕਰਮ ਮਜੀਠੀਆ ਤੋਂ ਕੋਈ ਰਿਕਵਰੀ ਹੋਈ ਹੈ, ਨਾ ਕੋਈ ਪੈਸਿਆਂ ਦਾ ਲੈਣ ਦੇਣ ਹੋਇਆ, ਕੋਈ ਐਵੀਡੈਂਸ ਨਹੀਂ ਮਿਲਿਆ ਅੱਜ ਤੱਕ ਦੀ ਜਿਹੜੀ ਹੈ, ਉਹਨੂੰ ਜ਼ਮਾਨਤ ਦੇ ਦਿੱਤੀ। ਔਰ ਸ਼੍ਰੋਮਣੀ ਅਕਾਲੀ ਦਲ ਦੋਸ਼ ਲਾ ਰਿਹਾ ਵੀ ਪੂਰੀ ਤਰ੍ਹਾਂ ਹਾਈ ਕੋਰਟ ਨੇ ਇੱਕ ਤਰੀਕੇ ਨਾਲ ਸਾਫ਼ ਕਰ ਦਿੱਤਾ, ਭਾਵੇਂ ਬਰੀ ਤਾਂ ਨਹੀਂ ਕੀਤਾ, ਵੀ ਇਹ ਗਲਤ ਹੋਇਆ। ਜਦੋਂ ਤੁਸੀਂ ਦੂਜਿਆਂ ਦੇ ਦੋਸ਼ ਲਾਉਂਦੇ ਜੇ, ਤੁਹਾਡੇ ਤੇ ਆਪਣੇ ਤੇ ਦੋਸ਼ ਲਾ ਰਿਹਾ ਵੀ ਤੁਸੀਂ ਗਲਤ ਪਰਚੇ ਕਰਦੇ ਰਹੇ। ਤੁਸੀਂ ਖੁਦ ਇਸ ਗੱਲ ਦੇ ਵਿੱਚ ਆ ਗਏ ਕਿ ਹਾਈ ਕੋਰਟ ਨੇ ਕਲੀਅਰ ਚਿੱਟ ਨਹੀਂ ਦਿੱਤੀ ਉਹਨਾਂ ਨੂੰ। ਟਿੱਪਣੀਆਂ ਜਿਹੜੀਆਂ ਨੇ ਨਾ ਉਹ ਸਵਾਲ ਖੜੇ ਕਰਦੇ। ਟਿੱਪਣੀਆਂ ਕਿਵੇਂ ਹੋਈਆਂ? ਟਿੱਪਣੀਆਂ ਬਰਾਮਦੀ ਵਾਲੀ ਗੱਲ ਕੀ ਹੈ, ਜਦੋਂ ਦੀ ਸਾਡੀ ਸਰਕਾਰ ਗਈ ਆ ਉਸ ਤੋਂ ਬਾਅਦ ਕਿਹਨੇ ਪੇਸ਼ ਕਰਨੇ ਸੀ ਆਪਦੇ ਬੰਦੇ? ਐਡਵੋਕੇਟ ਜਨਰਲ ਕਿਹਦਾ ਸੀ? ਆਮ ਆਦਮੀ ਦਾ ਸੀ। ਆਪਣੇ ਕੇਸ ਨੂੰ, ਪੰਜਾਬ ਦੇ ਕੇਸ ਨੂੰ ਚੰਗੀ ਤਰ੍ਹਾਂ ਪੱਕ ਰੱਖੀ ਨਹੀਂ ਪਾਏ। ਜਦੋਂ FIR ਦਰਜ ਕਰੀਦੀ ਹੈ ਨਾ, ਇਹ ਐਵੀਡੈਂਸ ਉਦੋਂ ਆਉਂਦੇ ਨੇ, ਬਾਅਦ ਚ ਨਹੀਂ ਆਉਂਦੇ। FIR ਦਰਜ ਕਰਨ ਤੋਂ ਪਹਿਲਾਂ ਆਉਂਦੇ। ਮੇਰੀ ਗੱਲ ਸੁਣੋ, ਉਸ ਤੋਂ ਬਾਅਦ ਜਾ ਕੇ ਜਿਹੜਾ ਕੇਸ ਸੀ ਪਰਸੂ ਕਿਹਨੇ ਕਰਨਾ ਸੀਗਾ? ਪੰਜਾਬ ਸਰਕਾਰ ਨਹੀਂ ਕਰਨਾ ਸੀ। ਪੰਜਾਬ ਸਰਕਾਰ ਨਾਕਾਮਯਾਬ ਰਹੀ ਉਹਦੇ ਵਿੱਚ। ਪੰਜਾਬ ਸਰਕਾਰ ਨੇ ਜਿਹੜੀ FIR ਤੁਸੀਂ ਦਰਜ ਕੀਤੀ ਉਹਦੇ ਬੇਸ ਤੇ ਕਰਨਾ ਹੈ ਨਾ, ਇਹਦਾ ਮਤਲਬ FIR ਵਿੱਚ ਕੋਈ ਇੰਨੇ ਫਲॉ ਸੀ ਨਹੀਂ। ਕਾਂਗਰਸ ਪਾਰਟੀ ਨੇ ਨਾ ਵੈਂਡੇਟਾ ਪੋਲਿਟਿਕਸ ਕੀਤੀ ਆ, ਨਾ ਕਦੇ ਕਰੇ। ਜਿਹੜੇ ਪੰਜਾਬ ਦੀ ਲੋਕਾਂ ਦੀ ਡਿਮਾਂਡ ਸੀ ਜਾਂ ਪੰਜਾਬ ਦੇ ਲੋਕਾਂ ਨੂੰ ਪਤਾ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ, ਮੈਂ ਉਹ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਜਿਹੜੇ ਲੋਕ ਵਰਤਦੇ ਸੀਗੇ, ਸੋ ਕਾਂਗਰਸ ਪਾਰਟੀ ਨੇ ਆਪਦੀ ਪ੍ਰਤੀਕਿਰਿਆ ਕੀਤੀ ਆ। ਉਹਦੇ ਵਿੱਚ ਜੋ ਵੀ ਦੋਸ਼ੀ ਹੋਊਗਾ ਤੇ ਉਹਦੇ ਉੱਪਰ ਕਾਰਵਾਈ ਹੋਊਗੀ। ਅੱਗੇ ਕੋਰਟ ਦਾ ਪ੍ਰੋਸੈਸ ਹੈ, ਕੋਰਟ ਉਹਦਾ ਕੀ ਕਰਦੀ ਆ ਕੀ ਨਹੀਂ ਕਰਦੀ, ਚਲੋ ਕੋਰਟ ਨੇ ਜ਼ਮਾਨਤ ਦੇ ਦਿੱਤੀ। ਪਰ ਮੈਂ ਫੇਰ ਕਹਿਣਾ, ਇਹਨਾਂ ਦੀ ਜੋ ਕਿਤੇ ਨਾ ਕਿਤੇ ਇੱਕ ਤਾਲਮੇਲ ਆ, ਆਮ ਆਦਮੀ ਦਾ ਅਜੇ ਵੀ ਅਕਾਲੀ ਦਲ ਤੇ BJP ਨਾਲ ਤਾਲਮੇਲ ਆ, ਉਹਦੇ ਕਰਕੇ BJP ਨਾਲ ਤਾਲਮੇਲ ਹੈ। ਇੱਕ ਮਿੰਟ, ਕਿਉਂਕਿ ਅਕਾਲੀ ਇਹਨਾਂ ਦੇ ਆਮ ਆਦਮੀ ਦੇ MLA ਦੀਆਂ ਕੋਈ ਦੀਆਂ ਐਦਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਵਧਾਈਆਂ ਦੇਣ ਗਏ ਆ ਕਿ ਜੀ ਤੁਸੀਂ ਬਾਹਰ ਆ ਗਏ। ਨਹੀਂ ਚਲੋ ਇਹ ਬੜਾ ਗੰਭੀਰ ਦੋਸ਼ ਲਾ ਰਹੇ ਨੇ। ਨਹੀਂ, ਇਹ ਜਿਹੜੀ ਇਹ ਗੱਲ ਕਰ ਰਹੇ ਆ ਨਾ, ਕੁਛ ਇਦਾਂ ਦਾ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿੱਦਾਂ ਅਸੀਂ ਕੇਸ ਨੂੰ ਕਮਜ਼ੋਰ ਕਰਤਾ। ਉਹ ਤਾਂ ਜੋ ਇਹਨਾਂ ਨੇ FIR ਕੀਤੀ ਸੀਗੀ ਉਹਦੇ ਹਿਸਾਬ ਨਾਲ ਸਰਕਾਰ ਨੇ ਸਰਕਾਰੀ ਕੰਮ ਕਰਨਾ ਹੀ ਹੁੰਦਾ ਆ। ਸਾਡਾ ਇਹ ਨਹੀਂ ਹੈ ਕਿ FIR ਕਿਹਨੇ ਦਰਜ ਕੀਤੀ ਕਿਹਨੇ ਨਹੀਂ ਦਰਜ ਕੀਤੀ, ਉਹਦੀ ਬਕਾਇਦਾ ਉੱਤੇ ਕੰਮ ਚੱਲ ਰਿਹਾ ਆ। ਅਸੀਂ ਚਲਾਨ ਪੇਸ਼ ਕਰਾਂਗੇ ਬਿਕਰਮ ਮਜੀਠੀਆ ਨੂੰ। ਜਿਹੜੀ ਜ਼ਮਾਨਤ ਹੋਈ ਹੈ ਉਹ ਸਿਰਫ ਉਹਨਾਂ ਦੀ ਅਰਜ਼ੀ ਜਿਹੜੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਸੀਗੀ, ਉਹ ਜੱਜਮੈਂਟ ਜਿਹੜੀ ਆ BJP ਕਾਲੀਆਂ ਨਾਲ ਰਲੇ ਜੇ। ਮੈਂ ਦੱਸ ਰਿਹਾ ਜੀ, ਅਸੀਂ ਤਾਂ ਉਹਦਾ ਬਕਾਇਦਾ ਚਲਾਨ ਪੇਸ਼ ਕਰ ਰਹੇ ਹਾਂ। ਟ੍ਰਾਇਲ ਕੋਰਟ 'ਚ ਕੇਸ ਚੱਲੇਗਾ ਔਰ ਈਵਨ ਜ਼ਮਾਨਤ ਦੀ ਉਹਨਾਂ ਦੀ ਆਰਡਰ ਦੇ ਵਿੱਚ ਲਿਖਿਆ ਥੱਲੇ ਵੀ ਸਾਡੀਆਂ ਆਬਜ਼ਰਵੇਸ਼ਨ ਜਿਹੜੀਆਂ ਇਹ ਹੈਗੀਆਂ, ਇਹ ਟ੍ਰਾਇਲ ਕੋਰਟ 'ਚ ਐਵੀਡੈਂਸ ਨਹੀਂ ਮੰਨੀਆਂ ਜਾਣਗੀਆਂ। ਸੋ ਇਹਨਾਂ ਦਾ ਦੋਸ਼ ਜਿਹੜਾ ਗਲਤ ਹੈ ਕਿ ਅਸੀਂ ਕਮਜ਼ੋਰ ਕੇਸ ਬਣਾ ਰਹੇ ਹਾਂ ਜਾਂ ਅਸੀਂ ਆਹ ਨਹੀਂ ਕੀਤਾ ਸੀ, ਫੋਲੋ ਅਪ ਨਹੀਂ ਕੀਤਾ ਜਾਂ ਕਿੱਦਾਂ। ਤੇ ਬਾਕੀ ਇੱਦਾਂ ਫੋਟੋਆਂ ਵਾਲੀ ਗੱਲ ਕੋਈ ਇਹਦੇ 'ਚ ਕੋਈ ਦਮ ਨਹੀਂ ਹੈਗਾ। ਮੈਂ ਉਹ ਪਹਿਲੀ ਗੱਲ ਵਾਪਸ ਦੁਬਾਰਾ CBI ਵਾਲੀ ਦੀ ਗੱਲ ਦੱਸਦਾ ਨਾ, ਸਾਡੇ ਕੋਲ ਠੋਸ ਸਬੂਤ ਨੇ ਵੈਂਡੇਟਾ ਪੋਲਿਟਿਕਸ ਦੇ। ਇੱਕ ਤਾਂ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਸਾਡੇ ਬੰਦਿਆਂ ਤੇ ਕਿੰਨੇ ਕੇਸ ਪਹਿਲਾਂ ਇਹਨਾਂ ਨੇ ਦਰਜ ਕੀਤੇ ਆ। ਗੁਜਰਾਤ ਤੁਹਾਨੂੰ ਪਤਾ ਹੈ ਭਾਜੀ, ਨਸ਼ਾਬੰਦੀ ਆ। 10,000 ਕਰੋੜ ਦਾ ਇਲੀਗਲ ਸ਼ਰਾਬ ਮਾਫੀਆ ਉੱਥੇ ਕੰਮ ਕਰ ਰਿਹਾ। 10,000 ਕਰੋੜ ਦੇ ਕੁਆਂਟਮ ਦਾ ਔਨ ਐਨ ਐਸਟੀਮੇਟ। ਕਦੇ CBI ਗਈ ਉੱਥੇ? ਕਦੀ ਵੀ ਨਹੀਂ ਗਈ। ਉੱਥੇ ਵੱਡੇ ਪੱਧਰ ਤੇ ਪੋਰਟ ਤੋਂ ਡਰੱਗਸ ਫੜੀਆਂ ਗਈਆਂ ਜਿਹੜੀਆਂ ਕਿ ਪੰਜਾਬ ਪੁਲਿਸ ਦੀ ਸੂਹ ਤੇ ਵੀ ਹੋ ਗਈ। ਉੱਥੇ CBI ਕਦੀ ਗਈ ਆ ਕਿ ਉੱਥੇ ਦੇ ਲੋਕਲ ਬੰਦੇ ਕਿਹੜੇ ਇਨਵੋਲਵਡ ਆ, ਕੀ ਹੈਗੇ ਆ? ਬੁੰਦੇਲਖੰਡ ਐਕਸਪ੍ਰੈਸਵੇ ਮੋਦੀ ਸਾਹਿਬ ਨੇ ਉਹਦਾ ਉਦਘਾਟਨ ਕੀਤਾ, ਪ੍ਰਧਾਨ ਮੰਤਰੀ ਸਾਹਿਬ ਨੇ। 5 ਦਿਨਾਂ ਦੇ ਅੰਦਰ ਅੰਦਰ ਧੱਸ ਗਿਆ। ਅਜੇ ਤੱਕ ਨਾ CBI ਗਈ ਆ ਨਾ ED ਗਈ ਆ। ਸੋ ਉੱਥੇ ਜੋ ਵੀ ਘਪਲੇਬਾਜ਼ੀਆਂ ਹੋਰ ਸਾਰੀਆਂ ਵੱਡੀਆਂ ਜਿੱਥੇ ਵੀ ਹੋ ਰਹੀਆਂ, CBI ਦੇ ਕਿਸੇ 'ਚ ਜ਼ਰੂਰਤ ਹੈਗੀ ਆ ਕਿ BJP ਦੇ ਆਗੂ ਦੇ ਘਰ ਜਾਵੇ ਜਾਂ ਕਿਸ ਤਰ੍ਹਾਂ? ਆਮ ਆਦਮੀ ਪਾਰਟੀ ਦੇ ਉੱਪਰ ਕੋਈ ਨਾ ਕੋਈ ਇਹ ਸਾਜ਼ਿਸ਼ਾਂ ਕਰਦੇ ਰਹਿੰਦੇ ਆ। ਪਰ ਲੱਗਦਾ ਨਹੀਂ ਵੀ ਜਿਹੜਾ ਤੁਸੀਂ ਬੜਾ ਗਰੋ ਕਰ ਰਹੇ, ਮੈਂ ਸੁਣ ਰਿਹਾ ਸੀ ਅਰਵਿੰਦ ਕੇਜਰੀਵਾਲ ਹੁਣਾਂ ਨੇ ਇੱਕ ਆਪਣਾ ਨੈਸ਼ਨਲ ਏਜੰਡਾ ਦਿੱਤਾ, ਉਹਦੇ 'ਚ ਉਹ ਦਿੱਲੀ, ਪੰਜਾਬ, ਹਿਮਾਚਲ ਜਾਂ ਗੁਜਰਾਤ ਦੀ ਗੱਲ ਨਹੀਂ ਕਰ ਰਹੇ।
ਉਹ 130 ਕਰੋੜ ਦੇਸ਼ ਵਾਸੀਆਂ ਦੀ ਗੱਲ ਕਰ ਰਹੇ ਵੀ 130 ਕਰੋੜ ਦੇਸ਼ ਵਾਸੀਆਂ ਦਾ ਅਸੀਂ ਜੀਵਨ ਬਦਲ ਦਾਂਗੇ, 75 ਸਾਲ ਪੰਜਾਬ ਨੂੰ ਖਾ ਗਏ, ਅਸੀਂ ਇਹ ਕਰਾਂਗੇ ਉਹ ਕਰਾਂਗੇ। ਇੱਕ ਪਾਸੇ ਤੇ ਉਹ ਕੀ ਕਹਿੰਦੇ ਪ੍ਰਧਾਨ ਮੰਤਰੀ ਦਾ ਚਿਹਰਾ ਬਣਨ ਦੀ ਤਿਆਰੀ ਕਰ ਰਹੇ ਹੋ, ਦੂਸਰੇ ਪਾਸੇ ਇੱਕ ਮੰਤਰੀ ਨੂੰ ਪਹਿਲਾਂ ਜੇਲ੍ਹ 'ਚ ਬੰਦ ਕੀਤਾ ਜਾਂਦਾ ਤੇ ਹੁਣ ਉਪ ਮੁੱਖ ਮੰਤਰੀ ਤੇ ਐਕਸ਼ਨ ਹੋਇਆ। ਇਹਦੇ ਨਾਲ ਢਾਹ ਲੱਗੇਗੀ ਸਿਆਸੀ ਤੌਰ ਤੇ? ਬਿਲਕੁਲ ਢਾਹ ਨਹੀਂ ਲੱਗੇਗੀ। ਇਹਦੇ ਨਾਲ ਇਹਨਾਂ ਦੀ ਕੋਸ਼ਿਸ਼ ਹੈ, ਬੀਜੇਪੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਆ ਥਰੋ ਆਊਟ। ਹੁਣ ਤੱਕ ਇਹੀ ਚੱਲਦਾ ਸੀ ਮੋਦੀ ਵਰਸਸ ਕੌਣ, ਹੈ ਹੀ ਨਹੀਂ ਕੋਈ। ਮੋਦੀ ਵਰਸਸ ਕੌਣ, ਹੈ ਹੀ ਨਹੀਂ ਕੋਈ। ਰਾਹੁਲ ਨਹੀਂ ਹੈਗਾ, ਨਹੀਂ ਉੱਠ ਸਕੇ। ਹੁਣ ਹੈਗਾ ਇਸ ਵੇਲੇ ਮੋਦੀ ਵਰਸਸ ਅਰਵਿੰਦ ਕੇਜਰੀਵਾਲ ਗੱਲ ਚੱਲ ਪਈ ਹੈ, ਗੱਲ ਇਹ ਹੋ ਚੁੱਕੀ ਹੈ। ਇਹ ਇਸ ਤਰ੍ਹਾਂ ਸਾਡੀ ਸਪੀਡ ਨੂੰ, ਅਰਵਿੰਦ ਕੇਜਰੀਵਾਲ ਸਾਹਿਬ ਦੀ ਲੋਕਪ੍ਰਿਯਤਾ ਦੀ ਸਪੀਡ ਨੂੰ ਘੱਟ ਨਹੀਂ ਕਰ ਸਕਦੇ। ਉਸੇ ਸਪੀਡ ਨਾਲ ਲੋਕਪ੍ਰਿਯਤਾ ਵਧਣੀ ਆ। 135 ਕਰੋੜ ਲੋਕਾਂ ਦੇ ਵਿੱਚ ਗਏ ਚਰਚਾ ਸ਼ੁਰੂ ਹੋ ਗਈ ਹੈ। 135 ਕਰੋੜ ਲੋਕ ਹੀ ਉੱਠ ਕੇ ਖੜੇ ਹੋਣਗੇ ਇੰਡੀਆ ਨੂੰ ਦੁਨੀਆ ਦੇ ਵਿੱਚ ਨੰਬਰ 1 ਕੰਟਰੀ ਬਣਾਉਣ ਲਈ। ਸੰਘੇੜਾ ਸਾਹਿਬ ਦਾ ਜਿਹੜਾ ਇਹ ਕਹਿਣਾ ਵੀ ਹੁਣ ਅਰਵਿੰਦ ਕੇਜਰੀਵਾਲ ਖੜੇ ਹੋਏ ਨੇ ਮੋਦੀ ਸਾਹਿਬ ਦੇ ਬਰਾਬਰ, ਇਹਦਾ ਮਤਲਬ ਵੀ ਨੈਸ਼ਨਲ ਲੈਵਲ ਤੇ ਜੋ ਪੰਜਾਬ 'ਚ ਹਾਲਤ ਹੋਈ ਕਾਂਗਰਸ ਸੀ ਉੱਥੇ ਵੀ ਇਦਾਂ ਦੀ ਲੱਗਦੀ ਹੈ? ਬਿਲਕੁਲ ਨਹੀਂ ਜੀ। ਜਿਹੜਾ ਹਿੰਦੁਸਤਾਨ ਦੇ ਲੋਕਾਂ ਨੂੰ ਵਿਸ਼ਵਾਸ ਆ ਹਮੇਸ਼ਾ ਇਹੀ ਰਿਹਾ ਵੀ ਕਾਂਗਰਸ ਪਾਰਟੀ ਦੇਸ਼ ਦੀ ਰਹਿਨੁਮਾਈ ਕਰ ਸਕਦੀ ਆ ਤੇ ਰਾਹੁਲ ਗਾਂਧੀ ਦੇ ਨੇਤਰਤਵ ਦੇ ਥੱਲੇ। ਤੇ ਦੂਜੀ ਗੱਲ, ਤੁਸੀਂ ਭਗਤ ਸਿੰਘ ਦੀ ਗੱਲ ਕੀਤੀ। ਭਗਤ ਸਿੰਘ ਦੀ ਤੁਰਲੇ ਵਾਲੀ ਪੱਗ ਬੰਨ੍ਹ ਕੇ ਜਾਂ ਕੇਸਰੀ ਪੱਗ ਬੰਨ੍ਹ ਕੇ ਜਾਂ ਹੋਰ ਪੱਗਾਂ ਬੰਨ੍ਹ ਕੇ ਤੁਸੀਂ ਕਦੇ ਨਹੀਂ ਭਗਤ ਸਿੰਘ ਬਣ ਸਕਦੇ। ਇੰਨੇ ਲੋਕਾਂ ਨੂੰ ਸਹੁੰ ਚੁਕਾਈਆਂ ਸੀ। ਆ ਜਿਹੜੇ ਕਰਪਸ਼ਨ ਦੇ ਵਿੱਚ ਸਿੰਗਲਾ ਸਾਹਿਬ ਫੜੇ ਗਏ ਆ, ਇਹ ਵੀ ਸਹੁੰ ਚੱਕ ਕੇ ਆਏ ਸੀ, ਇਹ ਵੀ ਡੁਪਲੀਕੇਟ ਭਗਤ ਸਿੰਘ ਸੀਗੇ ਉੱਤੇ। ਇਹ ਤਾਂ ਵੱਡੀ ਗੱਲ ਹੈ, ਸੀਐਮ ਵੱਲੋਂ ਆਪਣੇ ਕੈਬਨਿਟ ਦੇ ਮੰਤਰੀ ਨੂੰ ਚੱਕ ਕੇ ਬਾਹਰ ਕੱਢਣਾ। ਫਿਰ ਦੇਖੋ ਤੁਸੀਂ ਕਾਂਗਰਸ ਤੇ ਸਵਾਲ ਉਠਾਇਆ ਤੇ ਕੋਰਟ ਨੇ ਕੀ ਕੀਤਾ। ਇਹਨਾਂ ਨੇ, ਭਗਵੰਤ ਮਾਨ ਸਾਹਿਬ ਨੇ ਇਹ ਗੱਲ ਆਖੀ ਵੀ ਜਦੋਂ ਸਿੰਗਲਾ ਸਾਹਿਬ ਨੂੰ ਅਸੀਂ ਫੜਿਆ, ਮੇਰੇ ਕੋਲ ਸਾਰੇ ਐਵੀਡੈਂਸ ਆ, ਕੀ ਸਰਕਾਰ ਉਹ ਪੇਸ਼ ਕਰ ਪਾਈ? ਕੋਰਟ ਨੇ ਕੀ ਗੱਲ ਆਖੀ ਵੀ ਇਹਨਾਂ ਦੇ ਖਿਲਾਫ ਕੋਈ ਐਵੀਡੈਂਸ ਹੀ ਨਹੀਂ ਸੀਗਾ। ਸੋ ਐਦਾਂ ਦੀਆਂ ਜਿਹੜੀਆਂ ਗੱਲਾਂ ਨਾ ਡਰਾਮੇਬਾਜ਼ੀਆਂ ਕਰ ਰਹੀਆਂ, ਪੰਜਾਬ ਦੇ ਲੋਕ ਸਮਝ ਗਏ। ਫਿਰ ਮੈਂ ਤੁਹਾਨੂੰ ਪਹਿਲਾਂ ਵਾਲੀ ਗੱਲ ਦੇ ਉੱਪਰ ਆਉਣਾ, ਜਿਸ ਵੇਲੇ ਇਹਨਾਂ ਨੇ ਗੱਲ ਕੀਤੀ, ਹੁਣ ਪਬਲਿਸਿਟੀ ਕਰਦੇ ਆ ਆਪਦੀ, ਕੱਢਣ ਪਾਉਣ ਨੂੰ ਕੁਝ ਨਹੀਂ, ਇਸ਼ਤਿਹਾਰਬਾਜ਼ੀ ਕਰਦੇ ਆ। ਉਹ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਆ ਕਿ ਇਸ਼ਤਿਹਾਰਬਾਜ਼ੀ, ਨਰਮੇ ਦਾ ਬੈਲਟ ਦੇ ਵਿੱਚ ਸੁੰਡੀ ਪੈ ਗਈ, ਗੁਲਾਬੀ ਸੁੰਡੀ ਦਾ ਪ੍ਰਕੋਪ ਆ ਗਿਆ। ਇਸ਼ਤਿਹਾਰਾਂ ਤੇ ਪਾਤਾ ਜੀ ਆ ਸਾਡਾ ਟੋਲ ਫ੍ਰੀ ਨੰਬਰ ਹੈ, ਇਹਦੇ ਤੇ ਤੁਸੀਂ ਕਾਲ ਕਰੋ। ਕੱਲ ਮਾਨਸਾ ਏਰੀਆ ਦੀ ਜਿਹੜੀ ਬੈਲਟ ਆ ਕਿਸਾਨਾਂ ਦੀ, ਉਹਨਾਂ ਨੇ ਪ੍ਰੋਟੈਸਟ ਕਰਨ ਦਾ ਐਲਾਨ ਕਰਤਾ। ਸੋ ਗੱਲਾਂ ਨਾਲ ਕੰਮ ਨਹੀਂ ਹੋਣਾ, ਕਰਨ ਦੇ ਨਾਲ ਕੰਮ ਹੋਣਾ। ਤੇ ਇੱਕ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਇਹਨਾਂ ਦੇ ਕਹਿਣ ਤੇ ਜਿਸ ਬੰਦੇ ਨੇ 2016 ਦੇ ਚ 1 ਕਰੋੜ ਰੁਪਇਆ ਇਕੱਠਾ ਕਰਕੇ ਬਾਹਰੋਂ ਲਿਆਂਦਾ, ਚਲੋ ਉਹ ਤੇ ਤੁਸੀਂ ਦੋਸ਼ ਲਾ ਰਹੇ ਨਹੀਂ, ਦੋਸ਼ ਨਹੀਂ, ਮੈਂ ਗੱਲ ਕਹਿ ਰਿਹਾ ਪਾਰਟੀ ਫੰਡਿੰਗ 1 ਕਰੋੜ ਦੀ ਕਰਕੇ ਬਾਹਰੋਂ ਲਿਆਂਦੀ। ਉਸ ਤੋਂ ਬਾਅਦ ਈਡੀ ਨੇ ਉਹਦੇ ਉੱਪਰ ਰੇਡ ਮਾਰੀ ਤੇ ਫਾਈਂਡਿੰਗਸ ਭਾਲੀਆਂ ਤੇ ਇਹਨਾਂ ਦਾ ਹੀ ਇੱਕ ਉੱਥੇ ਸੈਕਟਰੀ ਆ, ਉਸ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਸੁਖਪਾਲ ਖਹਿਰੇ ਤੇ ਪਰਚਾ ਦਰਜ ਕੀਤਾ ਗਿਆ, ਉਹਨੂੰ ਅੰਦਰ ਕੀਤਾ ਗਿਆ। ਉਹ ਤਾਂ ਚੰਗਾ, ਇਹਨਾਂ ਦਾ ਜਿਹੜਾ ਨੀਲੇ ਟਿੱਕ ਵਾਲਾ ਪੇਜ ਆ ਆਮ ਆਦਮੀ ਦਾ ਚੱਲਦਾ, ਉਹਦੇ ਉੱਪਰ ਸਾਰੀਆਂ ਫੋਟੋਆਂ ਸੀਗੀਆਂ ਉੱਥੇ। ਸੋ ਜਿਹੜੀ ਪਾਰਟੀ ਖੁਦ ਲੋਕਾਂ ਨੂੰ ਫਸਾਉਣ ਦੇ ਵਿੱਚ ਰਹੀ ਹੋਵੇ, ਜਿਹੜੀ ਪਾਰਟੀ ਖੁਦ ਇਸ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦੀ ਹੋਵੇ ਵੈਂਡੇਟਾ ਪੋਲਿਟਿਕਸ ਦੇ ਵਿੱਚ, ਉਹਨਾਂ ਨੂੰ ਕਿੱਥੋਂ ਇਦਾਂ ਦੀ? ਖਹਿਰਾ ਸਾਹਿਬ ਨੂੰ ਤੁਸੀਂ ਫਸਾਇਆ ਨਹੀਂ, ਫੋਟੋਆਂ ਦੇ ਲੈਣ, ਜੇ ਫੋਟੋਆਂ ਉੱਥੇ ਹੈਗੀਆਂ, ਖਹਿਰਾ ਸਾਹਿਬ ਪਾਰਟੀ ਸੀਗੇ ਤਾਂ ਫੋਟੋਆਂ ਹੋਣੀਆਂ ਹੀ ਆ ਉਸ ਵੇਲੇ ਦੀਆਂ। ਫੋਟੋਆਂ ਦੇ ਨਾਲ ਕੋਈ ਲੈਣ ਦੇਣ ਥੋੜੀ ਹੋ ਜਾਂਦਾ ਆ। ਇਨਵੈਸਟੀਗੇਸ਼ਨ ਹੋਈ, ਆਪਣਾ ਕੋਰਟ 'ਚ ਕੇਸ ਲੜੋ। ਆਮ ਆਦਮੀ ਪਾਰਟੀ ਦਾ ਤਾਂ ਉਹ 'ਚ ਨਾਂ ਵੀ ਨਹੀਂ ਹੈਗਾ। ਜੇ ਕੋਈ ਹੁੰਦਾ ਤਾਂ ਸਾਨੂੰ ਉਹਦੇ ਵਿੱਚ, ਜੇ ਕਿਸੇ ਪਾਸਿਓਂ ਵੀ ਬਣਦਾ ਹੁੰਦਾ। ਖਹਿਰਾ ਸਾਹਿਬ ਨੂੰ ਤਾਂ ਸਲਾਹ ਦੇ ਰਹੇ ਜੇ ਵੀ ਤੁਸੀਂ ਕੋਰਟ 'ਚ ਲੜੋ, ਤੇ ਫਿਰ ਇੱਧਰ ਧਰਨੇ ਕਿਉਂ ਮਾਰ ਰਹੇ? ਅਸੀਂ ਵੀ ਲੜ ਰਹੇ ਹਾਂ। ਇਹਦੇ ਤਾਂ ਇੰਨੇ ਵੱਡੇ ਤੁਸੀਂ ਐਲੀਗੇਸ਼ਨ ਲਾ ਰਹੇ ਜੇ। ਨਹੀਂ, ਦੇਖੋ ਕੇਸ ਉਹਨਾਂ ਤੇ ਚੱਲਦਾ ਆ। ਮੈਂ ਤਾਂ ਇਹ ਕਾਊਂਟਰ ਐਲੀਗੇਸ਼ਨ ਸਾਡੇ ਤੇ ਲਾ ਰਿਹਾ, ਜੇ ਚ ਚਲਾਨ ਪੇਸ਼ ਵੀ ਹੋ ਗਿਆ, ਇਹਦੀ ਕੋਈ ਤੁਕ ਥੋੜੀ ਬਣਦੀ ਆ। ਅਸੀਂ ਕੇਸ ਲੜੇ ਆ ਸਾਰੇ, ਅਸੀਂ ਹੁਣ ਵੀ ਕਹਿ ਰਹੇ ਆ ਕਿ ਅਸੀਂ ਪਾਕ ਸਾਫ਼ ਨਿਕਲਾਂਗੇ। ਮੈਂ ਤਾਂ ਹੁਣ ਵੀ ਕਿਹਾ ਆ ਕਿ ਸਾਡੇ ਤੇ ਇਦਾਂ ਦੇ ਕਾਫੀ ਕੇਸ ਬਣ ਚੁੱਕੇ ਆ। ਬਾਰ-ਬਾਰ ਸੀਬੀਆਈ ਦੇ ਛਾਪੇ ਪਏ ਆ, ਕੁਛ ਨਹੀਂ ਲੱਭਾ। ਹੁਣ ਤੱਕ ਤਾਂ ਕੁਛ ਨਹੀਂ ਲੱਭਿਆ, ਹੁਣ ਵੀ ਨਹੀਂ ਲੱਭਣਾ, ਕਿਉਂਕਿ ਸਾਨੂੰ ਤਾਂ ਪਤਾ ਅਸੀਂ ਕੀ ਕਰ ਰਹੇ ਹਾਂ। ਮੈਂ ਤਾਂ ਕਲੀਅਰ ਕੱਟ ਕਹਿ ਰਿਹਾ। ਬਾਕੀ ਹੁਣ ਜਿਹੜੇ ਤਰ੍ਹਾਂ ਦੇ ਦੋਸ਼ ਹੋਰ ਲਾਈ ਜਾਂਦੇ ਆ। ਸਭ ਤੋਂ ਵੱਡੀ ਗੱਲ ਹਿਸਟਰੀ 'ਚ ਇਦਾਂ ਕਿਤੇ ਨਹੀਂ ਹੋਣਾ ਵੀ ਤੁਸੀਂ ਆਪਣਾ ਮੰਤਰੀ ਫੜ ਕੇ ਅੰਦਰ ਕੀਤਾ ਹੋਵੇ ਕਾਂਗਰਸ ਪਾਰਟੀ ਨੇ। ਹਾਲਾਂਕਿ ਸ਼ੈਲਟਰ ਕਰਦੇ ਰਹੇ ਆ। ਇਹਨਾਂ ਦੇ ਇੱਕ ਮੰਤਰੀ ਨੇ ਆਪਣੇ ਰਸੋਈਏ ਤੇ ਆਪਣੇ ਸੇਵਾਦਾਰਾਂ ਦੇ ਨਾਂ ਤੇ ਕੈਸ਼ ਨਾਲ ਠੇਕੇ ਲਏ ਸੀ, ਉਹ ਐਕਸਪੋਜ਼ ਕੀਤਾ ਆਮ ਆਦਮੀ ਪਾਰਟੀ ਨੇ। ਉਹਦੇ ਵਿੱਚ ਉਹਨੂੰ ਅਹੁਦਾ ਛੱਡਣਾ ਪਿਆ ਅੰਡਰ ਪ੍ਰੈਸ਼ਰ। ਉਹ ਵੀ ਜੋ ਦਿੱਲੀੋਂ ਸੁਨੇਹਾ ਆਇਆ ਰਾਹੁਲ ਗਾਂਧੀ ਦਾ, ਅੰਡਰ ਪ੍ਰੈਸ਼ਰ ਵੀ ਬਦਨਾਮੀ ਬਹੁਤ ਹੋ ਰਹੀ, ਇਹਨੂੰ ਪਾਸੇ ਕਰ ਦਿਓ। ਮੁਕੱਦਮਾ ਕੋਈ ਨਹੀਂ ਦਰਜ ਕੀਤਾ ਉੱਤੇ। ਇਹ ਕਰਕੇ ਦਿਖਾ ਲੈਣ ਨਾ ਇਸ ਤਰ੍ਹਾਂ। ਨਾਲੇ ਉਹ ਜਿਹੜੇ ਸਿੰਗਲਾ ਜੀ ਨੂੰ ਇਦਾਂ ਪੇਸ਼ ਕਰ ਰਹੇ ਆ ਵੀ ਜਿੱਦਾਂ ਪਤਾ ਨਹੀਂ ਅਸੀਂ ਛੱਡ ਦਿੱਤਾ। ਚਲਾਨ ਪੇਸ਼ ਕਰਤਾ ਆ,
ਇੰਨੀ ਛੇਤੀ ਇਹਨਾਂ ਨੇ ਕਦੀ ਕਰਪਸ਼ਨ ਦੇ ਕੇਸ 'ਚ ਚਲਾਨ ਪੇਸ਼ ਹੀ ਨਹੀਂ ਕੀਤਾ। ਔਰ ਇਹ ਕਹਿੰਦੇ ਸਬੂਤ ਨਹੀਂ ਦਿੱਤੇ। ਚਲਾਨ ਦੋਸ਼ ਸੂਚੀ ਹੁੰਦੀ ਆ, ਦੋਸ਼ ਸੂਚੀ ਜਿਹੜੀ ਆ ਚਲਾਨ ਹੁੰਦਾ ਉਹ 'ਚ ਸਾਰੇ ਸਬੂਤ ਹੁੰਦੇ ਆ। ਤੁਸੀਂ ਅਜੇ ਵੇਟ ਕਰੋ ਨਾ, ਵੇਟ ਕਰੋ, ਜਿੱਡਾ ਦੋਸ਼ ਆ ਉਹਦੇ ਹਿਸਾਬ ਨਾਲ ਸਜ਼ਾ ਵੀ ਮਿਲੇ। ਨਹੀਂ ਤੇ ਫਿਰ ਜੇ ਮੰਨ ਲਓ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਸਿੰਗਲਾ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੇ ਖੁਦ ਨੇ ਆਖਿਆ ਵੀ ਆਹ ਇਲਜ਼ਾਮ ਲੱਗਿਆ, ਮੇਰੇ ਕੋਲੇ ਸਾਰੇ ਪ੍ਰੂਫ ਪਏ ਆ, ਕੋਰਟ ਕਹਿ ਰਿਹਾ ਜੀ ਸਾਨੂੰ ਕੋਈ ਐਵੀਡੈਂਸ ਨਹੀਂ ਮਿਲਿਆ। ਉਹ ਬੇਲ ਵੇਲੇ ਕਹਿ ਰਹੇ ਆ, ਨਹੀਂ ਬੇਲ ਵੇਲੇ ਕੋਰਟ ਇਹ ਗੱਲ ਕਰ ਰਿਹਾ ਵੀ ਮੈਨੂੰ ਸਾਡੇ ਕੋਲੇ ਕੋਈ ਐਵੀਡੈਂਸ ਨਹੀਂ ਹੈਗਾ। ਜੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਪ੍ਰੂਫ ਕਰਾਂਗੇ, ਇਹਨਾਂ ਨੇ ਹੁਣ ਆਖਿਆ ਵੀ ਅਸੀਂ ਪ੍ਰੂਫ ਕਰਾਂਗੇ ਜੀ ਟ੍ਰਾਇਲ ਦੇ ਵਿੱਚ, ਤੇ ਫਿਰ ਉਹਨੂੰ ਨਾਲ ਕਿਉਂ ਚੱਕੀ ਫਿਰਦੇ ਹੋ? ਫਿਰ ਉਹਨੂੰ ਨਾਲ ਕਿਉਂ ਪਾਉਂਦੇ ਹੋ? ਨਾਲ ਨਹੀਂ ਚੱਕੀ। ਨਹੀਂ ਸਿੰਗਲਾ ਸਾਹਿਬ ਸੁਣ ਲਓ, ਜਵਾਬ ਸੁਣ ਲਓ। ਦੀ ਮੀਟਿੰਗ ਹੋਈ ਆ, ਸਿੰਗਲਾ ਨਾਲ ਕੁਰਸੀ ਡਾਈ ਬੈਠਾ ਭਗਵੰਤ ਮਾਨ ਜਵਾਬ ਸੁਣ ਲਓ। ਫਿਰ ਉਹਨੂੰ ਭਾਇਆ ਕਿਉਂ ਆ ਤੁਸੀਂ? ਜਵਾਬ ਸੁਣ ਲਓ। ਫਿਰ ਉਹ ਜਾ ਕੇ ਤੁਹਾਡੇ ਮਾਨਸਾ ਦੇ ਵਿੱਚ ਫਿਰ ਤੁਹਾਡੇ ਉਦਘਾਟਨ ਕੈਬਨਿਟ ਮੀਟਿੰਗ ਤੇ ਬਹਿ ਨਹੀਂ 2 ਮਿੰਟ ਮੈਂ ਇਹ ਗੱਲ ਕਹਿ ਰਿਹਾ ਜੀ, ਇਹਨਾਂ ਦੀ ਗੱਲ ਦਾ ਜਵਾਬ ਦੇ ਰਿਹਾ। ਇਹਨਾਂ ਦੇ ਕਹਿਣ ਮੁਤਾਬਕ ਸੁਣ ਲਓ ਨਾ, ਜਵਾਬ ਸਬੂਤ ਪੇਸ਼ ਕਰਾਂਗੇ। ਤੁਸੀਂ ਨਹੀਂ ਕਰਾਂਗੇ ਨਹੀਂ ਜੇ ਉਹ ਬੰਦਾ ਐਡਾ ਹੀ 2 ਮਿੰਟ ਵਿੱਚ ਨਾ ਬੋਲੋ। ਜੇ ਉਹ ਬੰਦਾ ਐਡਾ ਹੀ ਕਰਪਟ ਸੀ ਜਾਂ ਹੋਰ ਗੱਲ ਦੇ ਵਿੱਚ ਸੀ, ਉਹਨੂੰ ਫਿਰ ਸਾਈਡ ਲਾਈਨ ਕਰਕੇ ਭਾ ਦਿੰਦੇ। ਉਹ ਤਾਂ ਬੰਦਾ ਬਾਹਰ ਆਇਆ, ਫਿਰ ਆ ਕੇ ਉਹਨੇ ਮੂਸੇ ਵਾਲਾ ਨੂੰ ਪੱਟ ਤੇ ਥਾਪੀ ਮਾਰੀ ਆ ਵੀ ਮੇਰਾ ਤਾਂ ਕੁਝ ਨਿਕਲਿਆ ਹੀ ਨਹੀਂ। ਸਿੰਘੜਾ ਸਾਹਿਬ ਇਹ ਇਹਨਾਂ ਦਾ ਦੋਸ਼ ਜਿਹੜਾ ਕਿਤੇ ਨਾ ਕਿਤੇ ਵਾਜਬ ਲੱਗਦਾ ਵੀ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਵੀ ਫਲਾਣਾ ਮੇਰਾ ਮੰਤਰੀ ਜਿਹੜਾ ਉਹ ਕਮਿਸ਼ਨ ਮੰਗਦਾ ਸੀ, ਮੇਰੇ ਕੋਲ ਕਬੂਲ ਕਰ ਗਿਆ, ਉਹਨੂੰ ਜੇਲ੍ਹ 'ਚ ਭੇਜਤਾ, ਕੋਰਟ ਕੇਸ ਚੱਲ ਰਿਹਾ। ਪਰ ਅੱਜ ਵੀ ਉਹ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ। ਉਹਨਾਂ ਦਾ ਕਹਿਣਾ ਇਹ ਵੀ ਜੇ ਉਹਨੂੰ ਸੱਚੀ ਮੁੱਚੀ ਉਹ ਭ੍ਰਿਸ਼ਟਾਚਾਰ ਕੀਤਾ ਸੀ ਤਾਂ ਫਿਰ ਅੱਜ ਤੱਕ ਕੱਢਿਆ ਕਿਉਂ ਨਹੀਂ? ਸਰਦਾਰ ਤਰਲੋਚਨ ਸਿੰਘ ਜੀ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜੋ ਅਸੀਂ ਕਿਹਾ ਸੀ, ਅਸੀਂ ਕਦੋਂ ਮੁੱਕਰੇ ਆ ਉਸ ਗੱਲ ਤੋਂ? ਕਰਪਟ ਸੀਗਾ ਤਾਂ ਹੀ ਫੜਿਆ, ਕਰਪਟ ਸੀਗਾ ਤਾਂ ਹੀ ਜੇਲ੍ਹ ਗਿਆ। ਅਸੀਂ ਸਾਰੀ ਉਹਦੀ ਇਨਵੈਸਟੀਗੇਸ਼ਨ ਵਿਜੀਲੈਂਸ ਨੇ ਕੀਤੀ ਆ। ਜੋ ਸਾਡੇ ਕੋਲ ਸਬੂਤ ਸੀਗੇ ਉਹ ਸਾਰੇ ਅਸੀਂ ਕਾਗਜ਼ ਪੱਤਰ ਤਿਆਰ ਕਰਕੇ ਉਹਦੀ 2 ਸੂਚੀ ਬਣਾ ਕੇ ਕੋਰਟ 'ਚ ਦੇਤੀ ਅਦਾਲਤ ਦੇ ਵਿੱਚ। ਇਹ ਪ੍ਰੋਸੀਜਰ ਮੈਂ ਆ ਰਿਹਾ ਉਹਦੇ ਤੇ ਵੀ, ਜਿਹੜਾ ਇਹ ਸਾਰੇ ਬੁਲਾਰੇ, ਖੈਰ ਸਾਰੀਆਂ ਪਾਰਟੀਆਂ ਆਪਣੇ ਬੁਲਾਰਿਆਂ ਨੂੰ ਗਾਈਡ ਕਰਦੀਆਂ, ਜਿਹੜਾ ਇਹਨਾਂ ਨੇ ਸਾਰਿਆਂ ਨੇ ਫੜ ਲਿਆ, ਉਹ ਬੈਠਾ ਸੀ ਉਹ ਫਲਾਣੇ ਥਾਂ ਦੇਖਿਆ, ਉਹ ਸੈਕਟਰੀਏਟ ਤੁਰਿਆ ਫਿਰਦਾ ਸੀ, ਮੇਰੇ ਕੋਲ ਫੋਟੋ ਹੈਗੀ, ਇਹਨਾਂ ਦੇ ਇੱਕ ਬੁਲਾਰੇ ਗੱਲ ਕਰ ਫੋਟੋ, ਉਹ ਸੈਕਟਰੀਏਟ ਤੁਰਿਆ ਫਿਰਦਾ ਸੀ। ਦੇਖੋ ਗੱਲ ਸੁਣੋ, ਕਰਪਸ਼ਨ ਦਾ ਕੇਸ ਦਰਜ ਹੋਇਆ, ਸਿਆਸੀ ਪਾਰਟੀਆਂ ਨੇ ਕਾਨੂੰਨ ਅਨੁਸਾਰ ਕਾਰਵਾਈ, ਸਿਆਸੀ ਪਾਰਟੀ ਨਹੀਂ ਸਰਕਾਰਾਂ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੁੰਦੀ ਆ। ਰਿਸ਼ਵਤ ਦੇ ਦੋਸ਼ ਸੀਗੇ, ਫੜਿਆ, ਟ੍ਰਾਇਲ ਚੱਲਿਆ, ਆਮ ਤੌਰ ਤੇ ਆਪਣਾ ਉਹਦੇ 'ਚ ਬੇਲ ਲਈ ਉਹਨਾਂ ਨੇ ਅਪਲਾਈ ਕੀਤਾ, ਬੇਲ ਲੰਬੇ ਹੋ ਜਾਂਦੇ ਹੁੰਦੇ, ਕੇਸ ਹੋ ਜਾਂਦੀ ਆ, ਕਾਫੀ ਕੇਸਾਂ 'ਚ ਹੋ ਜਾਂਦੀ ਆ ਬੇਲ, ਤੇ ਟ੍ਰਾਇਲ ਚੱਲੇਗਾ, ਉਸ ਤੋਂ ਬਾਅਦ ਸਜ਼ਾ ਮਿਲੇਗੀ, ਉਸ ਤੋਂ ਬਾਅਦ ਅੱਗੇ ਉਹ ਅਪੀਲ ਵੀ ਕਰਨ ਦਾ ਮੌਕਾ ਮਿਲਦਾ ਆ। ਪਰ ਅਸੀਂ ਕਿਸੇ ਦਾ ਸੋਸ਼ਲ ਬਾਈਕਾਟ, ਮਤਲਬ ਇੱਕ ਮਿੰਟ ਵਿੱਚ ਨਹੀਂ ਬੋਲਣਾ ਮੈਂ ਤੁਹਾਡੇ ਮੂਹਰੇ, ਕਿਸੇ ਦਾ ਸੋਸ਼ਲ ਬਾਈਕਾਟ ਦਾ ਸੱਦਾ ਨਹੀਂ ਦੇ ਸਕਦੇ ਅਸੀਂ। ਨਹੀਂ ਨੂੰ ਕਹਿ ਸਕਦੇ ਵੀ ਇਹਨਾਂ ਕੋਲ ਵੀ ਕਿਤੇ ਖੜੇ ਹੋਣ ਤਾਂ ਤੁਸੀਂ ਉਹਨਾਂ ਕੋਲ ਕਿਉਂ ਖੜੇ ਸੀ? ਉਹ ਬੰਦਾ ਤਾਂ ਮਤਲਬ ਗੱਲ ਨਹੀਂ ਉਹਨਾਂ ਕਰਨੀ। ਕੋਈ ਨਹੀਂ ਕਿਸੇ ਨੂੰ ਇਦਾਂ ਸੋਸ਼ਲ ਬਾਈਕਾਟ ਕਰਨ ਦਾ ਸੱਦਾ ਦੇ ਸਕਦਾ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਤੇ ਈਵਨ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਲੁਧਿਆਣੇ ਦੇ 2 ਵੱਡੇ ਮੁਕੱਦਮੇ ਦਰਜ ਹੋਏ, ਉਹ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਐਂਡ ਤੇ ਜਾ ਕੇ ਵਾਪਸ ਲੈ ਲਏ। ਉਹਨਾਂ 'ਚ ਕਾਫੀ ਸਬੂਤ ਸੀਗੇ। ਅੰਮ੍ਰਿਤਸਰ ਦਾ ਨਹੀਂ, ਅਸੀਂ ਨਹੀਂ ਵਾਪਸ ਲਵਾਂਗੇ। ਮੈਂ ਗੱਲ ਕਰਦਾ ਕਿ ਅਸੀਂ ਕਦੀ ਕਿਸੇ ਨੂੰ ਕਿਹਾ ਅਮਰਿੰਦਰ ਸਿੰਘ ਹੁਣੀ ਫਲਾਣੇ ਥਾਂ ਤੇ ਖੜੇ ਸੀ, ਓਏ ਉਹਦੇ ਨਾਲ ਕਿਉਂ ਬੋਲਦੇ ਸੀ ਤੁਸੀਂ ਉਹਦੀ ਪਾਰਟੀ 'ਚ ਕੰਮ ਕਰ? ਨੋ, ਕਾਨੂੰਨ ਅਨੁਸਾਰ ਕਾਰਵਾਈ ਹੋਣੀ ਆ। ਉਹਦਾ ਗੱਲ ਕਰਨਾ ਕੀਤੀਆਂ, ਉਹਦਾ ਜੋ ਤੁਸੀਂ ਰੌਲਾ ਪਾ ਲੈਂਦੇ ਹੋ ਨਾ। ਸੰਘੇੜਾ ਸਾਹਿਬ, ਕੈਪਟਨ ਅਮਰਿੰਦਰ ਸਿੰਘ ਜੀ ਤੇ ਵਿਜੇ ਸਿੰਗਲਾ ਦੇ ਮਾਮਲੇ 'ਚ ਫਰਕ ਹੈ। ਕੈਪਟਨ ਸਾਹਿਬ ਉੱਪਰ ਵਿਰੋਧੀ ਧਿਰ ਦੇ ਜਿਹੜੇ ਪਾਰਟੀ ਦੇ ਹੈਗੇ ਸੀ ਸੀਐਮ, ਉਹਨਾਂ ਦੇ ਸਮੇਂ ਕੇਸ ਦਰਜ ਹੋਇਆ ਸੀ। ਤੁਹਾਡੇ ਆਪਣੇ ਮੁੱਖ ਮੰਤਰੀ ਨੇ ਕੇਸ ਦਰਜ ਕਰਾਇਆ। ਕਦੋਂ ਛੱਡਿਆ? ਮੈਂ ਤਾਂ ਇਹ ਗੱਲ ਕਹਿੰਦਾ, ਸੋਸ਼ਲ ਬਾਈਕਾਟ ਨਹੀਂ, ਸੋਸ਼ਲ ਬਾਈਕਾਟ ਦੀ ਪ੍ਰੋਵੀਜ਼ਨ ਹੈ ਨਹੀਂ ਗੀ। ਇਹ ਸੋਸ਼ਲ ਬਾਈਕਾਟ ਦੀ ਗੱਲ ਕਰ ਰਹੇ ਆ। 2 ਮਿੰਟ ਸਾਹਿਬ, ਮੇਰੀ ਗੱਲ ਸੁਣੋ। There are 2 types of boycott. One is social boycott कि वो बंदा publicly नहीं जाऊगा, कोई उद्घाटन नहीं करूगा, तो दूसरा होगा that is political boycott. That is in between your government. थोड़ा चीफ मिनिस्टर खुद इल्जाम ला रहा है सोशल बाइकाट तो कीता ही नहीं जा सकता। हाँ, मैं वही गल कर रहा हूं भी सोशल बाइकाट ਦਾ ਤੁਸੀਂ ਕਿਸੇ ਦਾ ਕਰ ਨਹੀਂ ਸਕਦੇ। Nobody has right for a social boycott. Now you should have to government. Now you should have to answer about a political boycott. ਤੁਹਾਡਾ ਚੀਫ ਮਿਨਿਸਟਰ ਇਹ ਗੱਲ ਕਹਿੰਦਾ ਵੀ ਇਹ ਇੱਕ ਸਟੇਟਮੈਂਟ ਆਈ ਜਦੋਂ ਸਿੰਗਲਾ ਸਾਹਿਬ ਫੜੇ ਗਏ ਵੀ ਸਾਡੀ ਪਾਰਟੀ ਦੇ ਚੋਰ ਡਾਕੂਆਂ ਵਾਸਤੇ ਕੋਈ ਥਾਂ ਨਹੀਂ। ਇਹਦਾ ਮਤਲਬ ਉਹਨਾਂ ਨੇ ਡਾਕੂ ਤੋਂ ਬਰਾਤ ਮੰਗੀ ਕੀਤੀ। ਇਹਨਾਂ ਨੇ ਖੁਦ ਆਖਿਆ ਬਈ ਜੀ ਸਾਡੇ ਕੋਲੇ ਸਾਰੇ ਐਵੀਡੈਂਸ ਆ। ਫਿਰ ਜੇ ਤੁਸੀਂ ਚੋਰ ਡਾਕੂ ਆਪਦੀ ਪਾਰਟੀ 'ਚ ਨਹੀਂ ਰੱਖਣੇ, ਫਿਰ ਉਹਨਾਂ ਚੋਰ ਡਾਕੂਆਂ ਨੂੰ ਨਾਲ ਲੈ ਕੇ ਕਿਉਂ ਬੋਲਦੇ ਹੋ? ਅਖੀਰ ਦਾ ਐਂਡ ਆਫ ਦਾ ਪੁਆਇੰਟ ਇਜ਼ ਦੈਟ ਕਿ ਅਲੀ ਬਾਬਾ 40 ਚੋਰ
ਜਿਹੜਾ ਅਲੀ ਬਾਬਾ ਉਹਨੇ ਆਪਦੇ ਨਾਲ ਚੋਰ ਪਾਉਣੀ ਹੈ, ਕਿਉਂਕਿ ਉਹਨਾਂ ਦੇ ਕਹਿਣ ਤੇ ਹੋ ਗਿਆ। ਇਹ ਨਹੀਂ ਕਹਿ ਸਕਦੇ। ਨਹੀਂ ਸੋ ਦੇਖੋ ਗੱਲ ਸੁਣੋ, ਨਹੀਂ, ਇਹ ਵੀ ਬਹੁਤ ਵਾਰੀ ਕਹਿੰਦੇ ਆ। ਮੈਂ ਤਾਂ ਇਹ ਕਹਿਣਾ ਵੀ ਜਿਹੜੇ ਅਸੀਂ ਐਗਜ਼ਾਮਪਲ ਪੇਸ਼ ਕੀਤੀ ਹੈ ਕਿ ਆਪਣੀ ਪਾਰਟੀ ਦਾ ਬੰਦਾ ਅਸੀਂ ਆਪਣੀ ਸਰਕਾਰ ਦੇ ਵਿੱਚ ਕਰ ਰਿਹਾ ਸੀ ਤੇ ਤੁਸੀਂ ਸ਼ਹਿ ਦਿੰਦੇ ਰਹੇ, ਅਸੀਂ ਉਹ ਤੇ ਮੁਕੱਦਮਾ ਦਰਜ ਕੀਤਾ, ਚਲਾਨ ਪੇਸ਼ ਕਰਤਾ, ਉਹ ਤੋਂ ਬਾਅਦ ਤਾਂ ਕੋਈ ਆ ਜਿਹੜੀ ਤੁਸੀਂ ਬੋਲ ਰਹੇ ਹੋ ਫਜ਼ੂਲ ਬੋਲ ਰਹੇ ਆ। ਫਜ਼ੂਲ ਕਿਉਂ ਬੋਲ ਰਹੇ? ਮੈਨੂੰ ਗੱਲ ਕਰਨ ਦਿਓ ਨਾ। ਹੁਣ ਰਹੀ ਐਮਐਲਏ ਦੀ ਗੱਲ, ਹੁਣ ਐਮਐਲਏ ਦੀ ਗੱਲ ਰਹਿ ਗਈ। ਤਰਲੋਚਨ ਸਿੰਘ ਜੀ, ਤੁਹਾਨੂੰ ਪਤਾ ਆ ਵੀ ਐਮਐਲਏ ਨੂੰ ਬਰਖਾਸਤ ਕਰਨਾ ਸੀਐਮ ਦੀ ਪਾਵਰ ਨਹੀਂ ਹੈ। ਐਮਐਲਏ ਨੂੰ ਬਰਖਾਸਤ ਕਰਨ ਦਾ ਇੱਕ ਅਲੱਗ ਪ੍ਰੋਸੀਜਰ ਹੈ। ਐਮਐਲਏ ਬਰਖਾਸਤ ਕਰਨ ਦੀ ਗੱਲ ਨਹੀਂ ਕਰਦੇ, ਪਾਰਟੀ ਦੀ ਗੱਲ ਕਰ ਰਹੇ ਹਾਂ। ਪਾਰਟੀ ਤਾਂ ਜ਼ੀਰੋ ਹੋ ਗਿਆ, ਪਾਰਟੀ 'ਚ ਹੈ ਹੀ ਨਹੀਂ ਹੈ, ਪਾਰਟੀ 'ਚ ਜ਼ੀਰੋ ਹੈ। ਅੱਜ ਵੀ ਪਾਰਟੀ ਦਾ ਮੈਂਬਰ ਹੈ। ਹਾਂ ਮੈਂਬਰ, ਉਹ ਦੇਖੋ ਟੈਕਨੀਕਲ ਚੀਜ਼ਾਂ ਨੇ, ਉਹ ਟੈਕਨੀਕਲ ਚੀਜ਼ਾਂ ਨੇ। ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੇ ਜਿੱਤਿਆ ਤੇ ਉਹਨੇ ਐਮਐਲਏ ਰਹਿਣਾ ਹੀ ਆ। ਸੋ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਜਿਹੜਾ ਇਹ ਗੱਲਾਂ ਕਰ ਰਿਹਾ ਨਾ ਵੀ ਉਹ ਫਲਾਣੀ ਥਾਂ ਤੇ ਦੇਖਿਆ, ਫਲਾਣੀ ਥਾਂ ਤੇ ਪਹਿਲਾਂ ਕੈਬਨਿਟ ਦੀ ਮੀਟਿੰਗ 'ਚ ਕਹਿ ਗਿਆ ਕਿ ਕੈਬਨਿਟ ਦੀ ਮੀਟਿੰਗ 'ਚ ਬੈਠੇ ਸੀ। ਸੋ ਜੋ ਟ੍ਰੀਟਮੈਂਟ ਇੱਕ ਜਦੋਂ ਵੀ ਕੋਈ ਬੰਦਾ ਫੜਿਆ ਜਾਂਦਾ, ਈਵਨ ਜਿਹੜੇ ਅਫੀਸ਼ੀਅਲ ਫੜੇ ਜਾਂਦੇ ਆ, ਅਫਸਰ ਫੜੇ ਜਾਂਦੇ ਆ, ਉਹ ਵੀ ਤਾਂ ਇਸੇ ਧਾਰਾ 'ਚ ਹੀ ਫੜੇ ਜਾਂਦੇ ਆ। ਵਿਜੀਲੈਂਸ ਉਹੀ ਕੇਸ ਪਾਉਂਦੀ ਆ, ਸੇਮ ਪਾਉਂਦੀ ਆ। ਉਹ ਕਈ ਵਾਰੀ ਬਹਾਲ ਹੋ ਕੇ ਨੌਕਰੀ ਵੀ ਕਰਨ ਲੱਗ ਜਾਂਦੇ ਆ ਦੁਬਾਰਾ, ਜਿੰਨੀ ਦੇਰ ਮੁਕੱਦਮਾ ਚੱਲਦਾ ਆ। ਸੋ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਅਸੀਂ ਕੋਈ ਰਿਆਇਤ ਨਹੀਂ ਕਰ ਰਹੇ। ਉਹਦਾ ਸਬੂਤ ਇਹੀ ਹੈ ਜਿਹੜਾ ਮੈਂ ਕਹਿ ਰਿਹਾ ਸੀ, ਚਲਾਨ ਪੇਸ਼ ਕਰਤਾ। ਇਹ ਸਿਰਫ ਟਾਈਮ ਵੇਸਟ ਕਰਨ ਲਈ ਉਹ ਮੁੱਦਾ ਚੱਕਦੇ ਆ। ਉਹ ਤਾਂ ਸਾਡੇ ਹੱਕ ਹਿੱਤ 'ਚ ਜਾਂਦੀ ਹੈ ਗੱਲ ਕਿ ਅਸੀਂ ਦਲੇਰੀ ਕੀਤੀ ਆ। ਭਗਵੰਤ ਮਾਨ ਸਾਹਿਬ ਨੇ ਐਗਜ਼ਾਮਪਲ ਪੇਸ਼ ਕੀਤੀ ਹੈ ਔਰ ਨਾਲ ਉਹਨਾਂ ਨੇ ਬਾਅਦ 'ਚ ਬਿਆਨ ਦਿੱਤਾ ਵੀ ਜੇ ਕਿਸੇ ਵੀ ਐਮਐਲਏ ਨੇ ਜਾਂ ਕਿਸੇ ਵੀ ਸਾਡੇ ਬੰਦੇ ਨੇ ਆਪਣੇ ਨਾਲ ਭਤੀਜੇ ਜਾਂ ਹੋਰ ਨਾਲ ਲਾ ਲਿਆ, ਹਟਾ ਦਿਓ। ਔਰ ਮੈਂ ਤੁਹਾਨੂੰ ਅਨਅਫੀਸ਼ੀਅਲੀ ਦੱਸ ਰਿਹਾ, ਸਾਨੂੰ ਖਬਰਾਂ ਆਈਆਂ ਥੱਲਿਓਂ ਕਈ ਵਾਰੀ ਸਾਡੇ ਵਲੰਟੀਅਰਸ ਤੋਂ ਵੀ ਫਲਾਣੇ ਨੇ ਆਪਣਾ ਭਤੀਜਾ ਨਾਲ ਲਾਇਆ ਸੀ, ਭਾਵੇਂ ਉਹਦੀ ਕੋਈ ਸ਼ਿਕਾਇਤ ਨਹੀਂ ਸੀ, ਉਹਨੇ ਹਟਾਤਾ। ਸੋ ਇਹ ਤਾਂ ਅਸੀਂ ਪੋਜ਼ਿਟਿਵ ਸਿਗਨਲ ਦਿੱਤਾ ਆ। ਉਹਦੀ ਐਪਰੀਸ਼ੀਏਸ਼ਨ ਨਹੀਂ ਕਰ ਸਕਦੇ, ਘੱਟੋ ਘੱਟ ਐਵੇਂ ਵਾਲ ਦੀ ਖਾਲ ਨਾ ਲਾਓ। ਚਲੋ ਕਰ ਲਓ। ਉਹ ਕੋਈ ਵਿਰੋਧੀ ਧਿਰ ਨੇ ਤਾਂ ਕੱਢਿਆ ਨਹੀਂ ਸੀ, ਵਿਰੋਧੀ ਧਿਰ ਨੇ ਉਹਦੇ ਤੇ ਕੋਈ ਇਲਜ਼ਾਮ ਨਹੀਂ ਲਾਇਆ ਸੀ। ਮੁੱਖ ਮੰਤਰੀ ਖੁਦ ਇਲਜ਼ਾਮ ਲਾਉਂਦਾ, ਉਹਨਾਂ ਦੇ ਬੁਲਾਰੇ ਕਹਿ ਰਹੇ ਸੀ। ਨਹੀਂ 2 ਮਿੰਟ, ਇਲਜ਼ਾਮ ਲਾਇਆ ਤੇ ਵਿਜੇ ਸਿੰਗਲਾ ਉਹਨਾਂ ਨੇ ਬਹੁਤ ਹੋ ਗਈ ਗੱਲ। ਇੱਕ ਤੁਸੀਂ ਦੱਸੋ ਵੀ ਪਹਿਲੋਂ ਕੈਪਟਨ ਵਰਸਸ ਬਾਦਲ ਕੇਸ ਚੱਲਦੇ ਰਹੇ, ਬਦਲਾ ਲਓ ਸਿਆਸਤ ਚੱਲਦੀ ਰਹੀ, ਪੰਜਾਬ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਸਰਕਾਰਾਂ ਦਾ ਜ਼ਿਆਦਾ ਧਿਆਨ ਉੱਧਰ ਰਿਹਾ। ਬਾਅਦ 'ਚ ਸਾਰਾ ਕੁਛ ਠੀਕ ਹੋ ਗਿਆ, ਉਹ ਵੀ ਕੇਸ ਖਤਮ ਹੋ ਗਿਆ, ਦੂਜੇ ਪਾਸੇ ਵੀ ਖਤਮ ਹੋ ਗਿਆ। ਇਹ ਜਿਹੜੀ ਬਦਲਾ ਲਓ ਰਾਜਨੀਤੀ ਹੈ, ਜਿਵੇਂ ਤੁਸੀਂ ਕਹਿ ਰਹੇ ਜੇ ਵੀ ਬੀਜੇਪੀ ਇੱਦਾਂ ਕਰਦੀ ਹੈ, ਸੀਬੀਆਈ ਦਾ ਇਹ ਕੀਤਾ ਹੋਊਗਾ, ਪਰ ਤੁਸੀਂ ਇਹ ਕਹਿਣਾ ਚਾਹੁੰਦੇ ਜੇ ਵੀ ਇਹ ਵੀ ਕਰਦੇ ਨੇ ਇਸ ਕਰਕੇ ਭੁਗਤਣ ਹੋਣ। ਇਹਦੇ ਨਾਲ ਦੇਸ਼ ਸੂਬਿਆਂ ਦਾ ਨੁਕਸਾਨ ਨਹੀਂ ਹੋ ਰਿਹਾ? ਬਿਲਕੁਲ ਤਰਲੋਚਨ ਜੀ, ਕਿਤੇ ਨਾ ਕਿਤੇ ਇਸ ਚੀਜ਼ ਦੇ ਨਾਲ ਬਹੁਤ ਵੱਡਾ ਲੋਕਤੰਤਰ ਨੂੰ ਘਾਣ ਲੱਗ ਰਹੀ ਆ। ਜਿਹੜੀਆਂ ਇੰਡੀਪੈਂਡੈਂਟ ਏਜੰਸੀਜ਼ ਹੈਗੀਆਂ, ਲੋਕਾਂ ਦਾ ਉਹਨਾਂ ਤੋਂ ਵਿਸ਼ਵਾਸ ਉੱਠ ਜਾਣਾ। ਜਿਵੇਂ ਆਪਣਾ ਆਮ ਥਾਣਿਆਂ ਦੇ ਵਿੱਚ ਪਹਿਲਾਂ ਲੋਕ ਕਹਿੰਦੇ ਸੀ ਯਾਰ ਸਾਨੂੰ ਇੱਥੋਂ ਕਿਤੋਂ ਨਾ ਕਿਤੋਂ ਮਿਲੂਗਾ, ਹੱਕ ਮਿਲੂ ਜਾਂ ਸਾਨੂੰ ਹੱਕ ਦੇ ਵਿੱਚ ਸਾਡੇ ਫੈਸਲੇ ਹੋਣਗੇ, ਪਰ ਜਦੋਂ ਪੁਲਿਸ ਨੇ ਉਦੋਂ ਦੇ ਇਲਜ਼ਾਮ ਲੱਗਣ ਲੱਗ ਗਏ ਤਾਂ ਲੋਕਾਂ ਦਾ ਵਿਸ਼ਵਾਸ ਉੱਡ ਗਿਆ। ਇਸੇ ਤਰ੍ਹਾਂ ਹੀ ਉਹਨਾਂ ਏਜੰਸੀਜ਼ ਤੋਂ ਵੀ ਉੱਠੂਗਾ। ਪਰ ਮੈਂ ਗੱਲ ਚਾਹੁੰਦਾ, ਜੇ ਅਸੀਂ ਇਹ ਗੱਲ ਕਿਸੇ ਨੂੰ ਕਹਿੰਦੇ ਆ, ਕਿਸੇ ਨੂੰ ਅਸੀਂ ਅਕਲ ਦਿੰਦੇ ਹਾਂ, ਕਿਸੇ ਨੂੰ ਅਸੀਂ ਮੱਤ ਦਿੰਦੇ ਹਾਂ, ਪਰ ਅਸੀਂ ਇਹ ਵੀ ਸੋਚੀਏ ਕਿ ਅਸੀਂ ਕਿੱਥੇ ਖੜੇ ਹਾਂ। ਕੀ ਅਸੀਂ ਧੱਕਾ ਨਹੀਂ ਕਰ ਰਹੇ? ਇੱਕ ਪਾਸੇ ਇਸੇ ਕੇਸ ਦੇ ਉੱਪਰ ਆ ਜਾਈਏ, ਮਨੀਸ਼ ਸਿਸੋਦੀਆ ਜੀ ਇਹ ਕਹਿੰਦੇ ਆ ਵੀ ਜਿਹੜੀ ਇਹ ਨੀਤੀ ਆ, ਇਹ ਨੀਤੀ ਲਿਆਉਣ ਨਾਲ ਸਾਨੂੰ ਪਹਿਲਾਂ 6000 ਕਰੋੜ ਦਾ ਫਾਇਦਾ ਹੁੰਦਾ ਸੀ, ਜਦੋਂ ਇਹ ਨੀਤੀ ਆਊਗੀ ਸਾਨੂੰ 9000 ਕਰੋੜ ਦਾ ਫਾਇਦਾ ਹੋ ਜੂ। 6 ਤੋਂ ਜਿਹੜਾ 300 ਵਾਲਾ ਫਾਇਦਾ ਸੀਗਾ ਉਹ ਵਿੱਚ ਕਰਪਸ਼ਨ ਹੋਈ ਹੈ ਕਿਤੇ ਨਾ ਕਿਤੇ, ਕਿਉਂਕਿ ਕਦੇ ਦੇਖਿਆ ਤੁਸੀਂ ਸਰਕਾਰ ਆਪਦੀ ਨੀਤੀ ਬਣਾ ਕੇ ਆਪ ਹੀ ਨੀਤੀ ਨੂੰ ਵਾਪਸ ਲਵੇ ਤੇ ਉਹਦੇ ਉੱਪਰ ਬਾਅਦ ਵਿੱਚ ਕਿੰਤੂ ਪਰੰਤੂ ਹੋਣ। ਇੱਕ ਪਾਸੇ ਕਹਿੰਦੇ ਸੀਬੀਆਈ ਨੂੰ ਵਰਤਦੀ ਬੀਜੇਪੀ, ਦੂਜੇ ਪਾਸੇ ਕਹਿੰਦੇ ਵੀ ਗੜਬੜ ਹੋਈ ਹੈ। ਨਾਲੇ ਮੈਂ ਤਾਂ ਇਹ ਗੱਲ ਕਹਿਣਾ ਵੀ ਕਿਤੇ ਥੋੜਾ ਜਿਹਾ ਧੂਆਂ ਉੱਠਦਾ ਹੋਊਗਾ ਤਾਂ ਹੀ ਉਹ ਅਗਲਾ ਹੱਥ ਪਾਉਂਦਾ ਕਿਸੇ ਗੱਲ ਨੂੰ। ਜੇ ਗੱਲ ਜਸਟੀਫਾਈ ਕਰ ਮੈਂ ਜਵਾਬ ਦੇ ਦਿੰਦਾ, ਇੱਕ ਮਿੰਟ ਸੰਗੜਾ, ਜੇ ਕਿਸੇ ਗੱਲ ਦੇ ਵਿੱਚ ਇਹਨਾਂ ਦਾ ਨਹੀਂ ਲੈਣਾ ਦੇਣਾ ਜਾਂ ਕਿਸੇ ਗੱਲ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਨਹੀਂ ਤੇ ਪਾਕ ਸਾਫ਼ ਹੋ ਕੇ ਨਿਕਲੇ ਹੋਣਗੇ। ਪਰ ਇੱਕ ਜਿਵੇਂ ਕਹਿ ਦਿੰਦੇ ਵੀ ਸ਼ੋਲਡਰ ਗਨ ਰੱਖ ਕੇ ਇਹ ਨਾ ਆਖਣ ਜੀ, ਲੋਕਾਂ ਨੂੰ ਬੇਵਕੂਫ ਬਣਾਉਣ ਵੀ ਜੀ ਸਾਨੂੰ ਸਿੱਖਿਆ ਨੂੰ ਲੈ ਕੇ ਵੀ ਜੀ ਸਾਡਾ ਸਿੱਖਿਆ ਦਾ ਮਿਆਰ ਬਹੁਤ ਵਧੀਆ ਸੀਗਾ, ਟਾਈਮਜ਼ ਆਫ ਨਿਊਯਾਰਕ ਦੇ ਵਿੱਚ ਪੇਪਰ ਦੇ ਵਿੱਚ ਸਾਡੀ ਖਬਰ ਲੱਗ ਗਈ ਤੇ ਮੋਦੀ ਸਾਹਿਬ ਨੇ ਸਾਨੂੰ ਘੜੀਸ ਲਿਆ। ਨਹੀਂ, ਦਿਸ ਇਜ਼ ਕਲੀਅਰ ਕੱਟ ਇਹ ਗੱਲ ਹੈਗੀ ਹੈ ਕਿ ਲੋਕਪ੍ਰਿਯਤਾ ਬਹੁਤ ਵੱਧ ਰਹੀ ਆ ਅਰਵਿੰਦ ਕੇਜਰੀਵਾਲ ਸਾਹਿਬ ਦੀ। ਉਹਨੂੰ ਹੁਣ ਮੈਨੂੰ ਰਿਪੀਟ ਕਰਨ ਦੀ ਥੋੜੀ ਲੋੜ ਹੈ, ਉਹ ਰੋਕਣ ਲਈ ਉਹ ਸਾਰਾ ਕੁਝ ਕਰ ਰਹੇ ਆ ਜੋ ਵੀ ਆ। ਬਾਕੀ ਮੈਂ ਜਿਹੜਾ ਕਹਿ ਰਿਹਾ ਨਾ, ਇਹਨਾਂ ਨੇ ਦੁਬਾਰਾ ਕਿਹਾ ਤਰਲੋਚਨ ਸਿੰਘ ਜੀ ਵੀ 6000 ਕਰੋੜ ਕਿਹਾ ਸੀ, 9000 ਕਰੋੜ ਆ ਜਾਊਗਾ। ਜਦੋਂ ਕੋਈ ਵੀ ਗਵਰਨਮੈਂਟ ਪਾਲਿਸੀ ਬਣਾਉਂਦੀ ਆ, ਨੈਚੁਰਲੀ ਉਹਦਾ ਵਿਜ਼ਨ ਜਿਹੜਾ ਉਹ ਦੱਸਦੇ ਲੋਕਾਂ 'ਚ, ਉਹ 'ਚ ਕੀ ਆ ਅਸੀਂ ਕਿਹਾ ਆ। ਮੈਂ ਤਾਂ ਪਹਿਲਾਂ ਵੀ ਦੇਖੋ, ਉਹ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ 'ਚ ਫਰਕ ਹੈ। ਦਿੱਲੀ 'ਚ ਪੁਲਿਸ ਨਹੀਂ ਹੈਗੀ ਸਰਕਾਰ ਦੇ ਕੋਲ, ਇਨਫੋਰਸਮੈਂਟ ਬਹੁਤੀਆਂ ਥਾਵਾਂ ਤੇ ਪੁਲਿਸ ਦੀ ਲੋੜ ਪੈਂਦੀ ਆ, ਪੁਲਿਸ ਰਾਹੀਂ ਕੰਮ ਹੁੰਦਾ ਆ। ਉੱਥੇ ਦਿੱਲੀ ਇੱਕ ਮਤਲਬ ਕਲੀਅਰ ਕੱਟ ਪੁਲਿਸ ਬਿਲਕੁਲ ਹੀ ਹੈ ਨਹੀਂ ਗੀ ਸਰਕਾਰ ਦੇ ਨੀਚੇ, ਕੇਂਦਰ ਸਰਕਾਰ ਥੱਲੇ ਆਉਂਦੀ ਹੈ। ਪੰਜਾਬ 'ਚ ਪੁਲਿਸ ਹੈਗੀ ਤਾਂ ਹੀ ਪਰਚੇ ਪੁਰਚੇ ਦਰਜ ਹੋ ਨਹੀਂ, ਉਹਦਾ ਮੈਂ ਜਵਾਬ ਦੇ ਦਿੰਦਾ।
ਈਵਨ ਜਿਹੜੇ ਪਾਵਰ ਜਿਹੜੀਆਂ ਹੈਗੀਆਂ ਮੁੱਖ ਮੰਤਰੀ ਦੇ ਉੱਪਰ ਵੀ ਐਲਜੀ ਆ, ਹਰ ਇੱਕ ਫਾਈਲ ਜਿਹੜੀ ਆ ਮੁੱਖ ਮੰਤਰੀ ਸਾਹਿਬ ਇਜ਼ ਨਾਟ ਦੀ ਫਾਈਨਲ ਅਥਾਰਟੀ, ਐਲਜੀ ਇਜ਼ ਫਾਈਨਲ ਅਥਾਰਟੀ। ਛੋਟੀ ਛੋਟੀ ਗੱਲ ਲਈ ਵੀ ਐਲਜੀ ਕੋਲ ਜਾਂਦੀ ਹੈ ਗੱਲ। ਐਲਜੀ ਜਿਹੜੇ ਆ ਉਹਨਾਂ ਨੇ ਸਾਡੀ ਪਾਲਿਸੀ ਨਹੀਂ ਚੱਲਣ ਦੀ, ਇੱਥੇ ਦੱਸ ਰਹੇ ਆ ਅਸੀਂ ਤਾਂ ਕਲੀਅਰ ਕੱਟ, ਮੈਂ ਤੁਹਾਨੂੰ ਫਿਗਰਾਂ ਵੀ ਦੱਸਦੀਆਂ, ਪੈਨੀਆਂ ਸ਼ਾਪਸ ਖੁੱਲੀਆਂ ਸੀਗੀਆਂ, ਬਾਕੀ ਉਹਨਾਂ ਨੇ ਖੁੱਲ੍ਹਣ ਨਹੀਂ ਦਿੱਤੀਆਂ ਹੈਗੀਆਂ। ਵੀ ਹੈਵ ਟੂ ਰੀਟਰੀਟ, ਸਾਨੂੰ ਉਹ ਪਾਲਿਸੀ ਵਾਪਸ ਲੈਣੀ ਪਈ ਆ। ਸੋ ਉਹਦੇ 'ਚ ਕਰਪਸ਼ਨ ਕਿੱਦਾਂ ਹੋ ਗਈ, ਘਾਟਾ ਪੈ ਗਿਆ ਜਾਂ ਹੋਰ ਹੈ ਗੱਲ ਜਾਂ ਕਿੱਦਾਂ? ਜੇ ਅਸੀਂ ਵਾਪਸ ਨਾ ਲੈਂਦੇ ਉੱਥੇ ਇਲੀਗਲ ਕਾਰੋਬਾਰ ਹੋਣਾ ਸੀਗਾ, ਲੋਕ ਨੈਚੁਰਲੀ ਇਲੀਗਲ ਕਾਰੋਬਾਰ, ਉਹ ਘਾਪਾ ਤਾਂ ਪੂਰਾ ਹੋਣਾ ਹੀ ਹੈ ਨਾ। ਜਿੱਥੇ ਇਲੀਗਲ ਕਾਰੋਬਾਰ ਹੁੰਦਾ ਸੀਗਾ, ਜਿੱਥੇ ਮੈਂ ਦੱਸਿਆ 10,000 ਕਰੋੜ ਦਾ ਗੁਜਰਾਤ 'ਚ, ਉੱਥੇ ਡਰੱਗਸ ਤੱਕ ਫੜੀਆਂ ਗਈਆਂ, ਹਾਈਵੇ ਬਹਿ ਗਿਆ, ਉੱਥੇ ਕਦੀ ਨਹੀਂ ਸੀਬੀਆਈ ਗਈ। ਉਹ ਤਾਂ ਦੇਖੋ ਕਲੀਅਰ ਕੱਟ ਹੈਗੇ ਆ ਜਿਹੜੇ ਦਿਸਦੇ ਆ। ਬਾਕੀ ਰਹੀ ਪੰਜਾਬ ਦੀ ਗੱਲ, ਜਦੋਂ ਕੋਈ ਦੇਖੋ ਜਿਹੜੇ ਵੀ ਅਸੀਂ ਹੁਣ ਤੱਕ ਕੇਸ ਕੀਤੇ ਆ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਨਾ ਕਿ ਅਫਸਰਾਂ ਦੇ ਘਰਾਂ 'ਚੋਂ ਜਾਂ ਜਿਹੜੇ ਦੋਸ਼ੀਆਂ ਦੇ ਘਰਾਂ 'ਚੋਂ ਸੋਨੇ ਦੀਆਂ ਇੱਟਾਂ ਫੜੀਆਂ ਗਈਆਂ, ਕੈਸ਼ ਫੜਿਆ ਗਿਆ। ਜੇ ਕਿਸੇ ਨੇ ਕੋਈ ਬਿਆਨ ਦਿੱਤਾ, ਕਿਸੇ ਦੇ ਨਾਲ ਕੜੀ ਨਾ ਕੜੀ ਜੁੜੀ ਆ, ਕਾਗਜ਼ ਨਾਲ ਕਾਗਜ਼ ਜੁੜਿਆ ਆ, ਰਿਸ਼ਵਤ ਦਾ ਸਬੂਤ ਮਿਲੇ ਆ ਫੋਰੈਸਟ ਦੇ ਕੇਸ ਵਿੱਚ ਜਾਂ ਦੂਸਰੇ ਵਿੱਚ, ਤਾਂ ਹੀ ਅਸੀਂ ਅੰਦਰ ਕੀਤੇ ਆ। ਧਰਮਸੋਤ ਹੋਣਾ ਦੀ ਜਿਹੜੀ ਦੂਸਰੀ ਗੱਲ ਹੈਗੀ ਆ, ਇੱਕ ਆਪਣਾ ਸਕਾਲਰਸ਼ਿਪ ਖਾਣ ਦੀ, ਉਹ ਤੁਸੀਂ ਮੀਡੀਆ ਵਾਲਿਆਂ ਨੇ ਵੀ ਉਹਨੂੰ ਕਲੀਅਰ ਕੱਟ ਚੱਕਿਆ ਹੈਗਾ। ਇਨਕੁਆਇਰੀ ਵੀ ਪਹਿਲਾਂ ਹੋਈ ਆ, ਬਾਅਦ 'ਚ ਇੱਕ ਇਨਕੁਆਇਰੀ 'ਚ ਕਲੀਨ ਚਿੱਟ ਵੀ ਹੋਈ ਆ। ਇਸੇ ਕਰਕੇ ਸਰਕਾਰ ਸੋਚ ਰਹੀ ਆ ਸ਼ਾਇਦ ਅਸੀਂ ਸੀਬੀਆਈ ਨੂੰ ਦੇ ਦਈਏ। ਮੇਰਾ ਮਤਲਬ ਜੇ ਕੋਈ ਚੀਜ਼ ਹੈਗੀ ਆ ਅਸੀਂ ਉਹ 'ਤੇ ਕਾਰਵਾਈ ਕਰ ਰਹੇ ਹਾਂ, ਫੜ ਕੇ ਨਹੀਂ। ਅਸੀਂ ਹੁਣ ਲੁਧਿਆਣੇ 'ਚੋਂ ਮੁੰਡਾ ਫੜਿਆ ਇੱਕ ਠੇਕੇਦਾਰ, ਉਹ ਹੁਣ ਦੇਖੋ ਸਕੂਟਰਾਂ ਦੇ ਨੰਬਰ ਹੈ। ਤੁਸੀਂ ਹੁਣ ਜੇ ਉਹ ਕੜੀ ਜੁੜਦੀ ਬਿਜ਼ਨਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਉਹ ਉਹਨਾਂ ਦੇ ਪੀਏ ਦਾ ਨਾਮ ਆ ਗਿਆ, ਪੀਏ ਭਗੌੜਾ ਹੋ ਗਿਆ। ਮੈਂ ਥੋੜਾ ਹੋਰ 2 ਮਿੰਟ ਮੈਂ ਇਹ ਗੱਲ ਵਾਰੀ ਭਗਵੰਤ ਮਾਨ ਹੋਰੀ ਤੇ ਅੱਜ ਸਵੇਰ ਦੇ ਚੀਕਾਂ ਮਾਰੀ ਜਾਂਦੇ ਆ। ਇੱਕ ਤੁਸੀਂ ਮੈਨੂੰ ਦੱਸੋ ਅਲਕਾ ਲਾਂਬਾ ਤੇ ਇਹਨਾਂ ਨੇ ਕੇਸ ਕਾਹਦਾ ਪਾਇਆ? ਇੱਕ ਤੁਸੀਂ ਮੈਨੂੰ ਦੱਸੋ ਵੀ ਬੱਗੇ ਤੇ ਕੇਸ ਕਾਹਦਾ ਪਾਇਆ? ਸਿਰਫ ਕਾਰਨ ਇਹ ਆ ਕਿਉਂਕਿ ਜਿਹੜੀਆਂ ਇਹਨਾਂ ਦੀ ਸਰਕਾਰ ਦੀਆਂ ਦਿੱਲੀ ਦੀਆਂ ਨਾਕਾਮਯਾਬੀਆਂ, ਜੋ ਅਰਵਿੰਦ ਕੇਜਰੀਵਾਲ ਨੇ ਡਰਾਮੇ ਰਚਦਾ, ਉਹ ਲੋਕ ਆਪਦੀ ਪਾਰਟੀ ਦੇ ਵਿੱਚ ਰਹਿ ਕੇ ਆਵਾਜ਼ ਉਠਾਉਂਦੇ ਆ। ਇਹ ਡਿਕਟੇਟਰਸ਼ਿਪ ਰਾਹੀਂ ਹਰੇਕ ਚੀਜ਼ ਨੂੰ ਦੱਬਣਾ ਚਾਹੁੰਦੇ ਆ। ਜਦੋਂ ਫੇਰ ਗੱਲ ਆ ਜਾਂਦੀ ਆ, ਫੇਰ ਮੈਂ ਕਹਿਣਾ ਵੀ ਮਾੜੀ ਗੱਲ ਆ, ਪਰ ਇਹ ਆਪਦੇ ਪੀੜੇ ਥੱਲੇ ਸੋਟਾ ਮਾਰਨ। ਮੈਨੂੰ ਜਵਾਬ ਦੇਣ ਅਲਕਾ ਲਾਂਬਾ ਤੇ ਕਿਵੇਂ ਕੇਸ ਦਰਜ ਹੋ ਗਿਆ ਜੀ? ਮੈਨੂੰ ਜਵਾਬ ਦੇਣ। ਬੱਗੇ ਦੇ ਕਾਹਦਾ ਹੈਗਾ ਜਵਾਬ ਦਿਓ ਤੁਸੀਂ ਮੈਨੂੰ। ਅਲਕਾ ਲਾਂਬਾ ਤੇ ਕਾਹਦਾ ਕੇਸ ਰਜਿਸਟਰਡ ਕੀਤਾ ਤੁਸੀਂ? ਪਹਿਲਾਂ ਮੇਰੇ ਤੇ ਜਵਾਬ, ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਅਲਕਾ ਲਾਂਬਾ ਤੇ ਕੇਸ ਕਾਹਦਾ ਰਜਿਸਟਰ ਕੀਤਾ? ਤੁਸੀਂ ਆਪਣੇ ਜਵਾਬ ਦੇਣ ਦੀ ਬਜਾਏ ਅਲਕਾ ਲਾਂਬਾ ਦਾ ਸਵਾਲ ਮੈਂ ਤਾਂ ਤੁਸੀਂ ਚੀਕਾ ਮਾਰ ਰਹੇ ਹੋ। ਅਸੀਂ ਨਹੀਂ ਚੀਕਾ ਮਾਰ ਰਹੇ ਆ ਵੀ ਜੀ ਸਾਡੇ ਤੇ ਤਾਂ ਨਜਾਇਜ਼ ਕੇਸ ਪਾਤਾ। ਅਸੀਂ ਨਹੀਂ ਚੀਕਾ ਮਾਰ ਰਹੇ, ਤੁਸੀਂ ਲੋਕਾਂ ਦੇ ਨਹੀਂ ਨਜਾਇਜ਼ ਕਰ ਰਹੇ। ਦੇਖੋ ਨਹੀਂ ਇਦਾਂ ਨਹੀਂ, ਫੇਰ ਇਹ ਤਾਂ ਮੈਂ ਦੱਸਦਾ ਸੀ ਨਹੀਂ ਕਰ ਰਹੇ। ਤੁਸੀਂ ਸਤਿਕਾਰ ਨਹੀਂ ਇੱਕ ਮੈਂ ਸਵਾਲ ਦੇਖੋ ਭਾਜੀ ਇੱਕ ਗੱਲ ਮੈਂ ਇਹਨੂੰ ਕਿਹਾ, ਅਸੀਂ ਨਹੀਂ ਚੀਕਾ ਮਾਰ ਰਹੇ, ਅਸੀਂ ਲਲਕਾਰਾ ਮਾਰ ਰਹੇ ਹਾਂ, ਖੜਾਂਗੇ, ਅਸੀਂ ਲੜਾਂਗੇ, ਲੜ ਰਹੇ ਹਾਂ, ਅਸੀਂ ਜ਼ੁਲਮ ਦੇ ਵਿਰੁੱਧ ਲੜ ਰਹੇ ਹਾਂ, ਅਸੀਂ ਨਹੀਂ ਚੀਕਾ ਮਾਰ ਰਹੇ। ਤੇ ਨਾਲੇ ਦੇਖੋ ਮੈਂ ਸਵਾਲ ਕੀਤਾ ਇਹਨਾਂ ਤੇ, ਹਾਂਜੀ ਮੈਂ ਦੱਸਿਆ ਕੇਸ, ਮੈਂ ਕਲੀਅਰ ਕਰ ਜਵਾਬ ਦੇਣ। ਦੇਖੋ ਤੁਹਾਡੇ ਤੇ ਬਹੁਤ ਵੱਡੇ ਸਵਾਲ ਉੱਠਦੇ ਕਾਂਗਰਸ ਪਾਰਟੀ ਦੇ। ਸਾਧੂ ਸਿੰਘ ਧਰਮਸੋਤ ਵਨ ਵਿਭਾਗ ਘਪਲੇ ਚ ਅੰਦਰ, ਦੂਜਾ ਕੇਸ ਇਹਨਾਂ ਦੱਸ ਦਿੱਤਾ ਸਕਾਲਰਸ਼ਿਪ ਦਾ ਖੁੱਲ ਰਿਹਾ, ਸ਼ਾਇਦ ਸੀਬੀਆਈ ਨੂੰ ਦੇ ਦੇਣ। ਉਸ ਤੋਂ ਬਾਅਦ ਜੰਗਲਾਤ ਮੰਤਰੀ ਆਏ ਸੰਗਤ ਸਿੰਘ ਗਿਲਚੀਆਂ, ਉਹਨਾਂ ਦੇ ਪਰਚਾ। ਇੱਕ ਆ ਜਿਹੜਾ ਦੱਸਿਆ ਟਰੈਂਡਰਾਂ ਵਾਲਾ ਸਕੂਟਰ ਦੇ ਨੰਬਰਾਂ ਵਾਲਾ, ਉਹਦੇ 'ਚ 1-2 ਅਫਸਰ ਫੜੇ ਨੇ ਤੇ ਇੱਕ ਮੰਤਰੀ ਦਾ ਤੁਹਾਡੇ ਦਾ ਨਾਂ ਆ ਰਿਹਾ ਹਾਲੇ ਕੋਈ ਨਾਮਜ਼ਦ ਕਰਨ ਵਾਲੀ ਗੱਲ ਕੰਫਰਮ ਨਹੀਂ ਹੈ, ਆਸ਼ੂ ਜੀ। ਔਰ ਇਸੇ ਤਰ੍ਹਾਂ ਅੰਸਾਰੀ ਮਾਮਲੇ 'ਚ ਮੁਖਤਾਰ ਅੰਸਾਰੀ ਜਿਹੜੀ ਕਹਿੰਦੇ VIP ਟ੍ਰੀਟਮੈਂਟ ਦਿੱਤੀ ਹੈ, ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਹੋਣਾ ਤੋਂ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਤੇ ਉਂਗਲਾਂ ਉੱਠ ਰਹੀਆਂ ਨੇ। ਇਸੇ ਤਰ੍ਹਾਂ ਕਈ ਹੋਰ ਕੇਸ ਜਿਹੜੇ ਉੱਭਰ ਰਹੇ ਨੇ। ਈਵਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਾਅਦ ਚ ਸਾਈਨ ਕਰ ਗਏ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣਾ ਤੇ ਐਲੀਗੇਸ਼ਨ ਲੱਗ ਰਹੇ ਨੇ ਹਲੇ ਪੜਤਾਲ 'ਚ ਵੀ ਇਹਨਾਂ ਨੇ ਜ਼ਮੀਨ ਜਿਹੜੀ ਖੁਰਦ-ਬੁਰਦ ਇੱਧਰ ਉੱਧਰ ਦੇ ਦਿੱਤੀ। ਸੋ ਤੁਸੀਂ ਕਿਵੇਂ ਕਰਪਸ਼ਨ ਤੇ ਗੱਲ ਕਰ ਸਕਦੇ? ਸੁਣੋ ਮੇਰੀ ਗੱਲ, ਅਸੀਂ ਕਹਿੰਦੇ ਆ ਜਿਹਨੇ ਕਰਪਸ਼ਨ ਕੀਤੀ ਆ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟਿਆ, ਉਹਦੇ ਤੇ ਕਾਰਵਾਈ ਹੋਵੇ। ਠੀਕ ਹੈ। 70 ਸਾਲ ਦੇ ਬਦਲਾਅ ਤੇ ਆਏ ਸੀ, ਬਦਲਾਅ ਆਪਾਂ ਦੇਖ ਲਏ ਕੀ ਹੋਈ ਜਾਂਦੇ ਆ ਪੰਜਾਬ ਦੇ ਵਿੱਚ। ਠੀਕ ਆ, ਆਮ ਆਦਮੀ ਦੇ ਘਰਾਂ ਦੇ ਕਹਿ ਰਹੇ ਸੀ, ਦੇਖ ਰਹੇ ਆਪਾਂ ਕਿਵੇਂ ਉਸੇ ਤਰ੍ਹਾਂ ਹੀ 70 ਸਾਲ ਵਾਲੀਆਂ ਗੱਡੀਆਂ ਲੈ ਕੇ ਤੁਰ ਰਹੇ ਆ, ਕੁੱਕੜਾਂ ਜਿੱਡੀਆਂ ਕਹਿ ਦਿੰਦੇ ਖੁੱਡੇ ਜਿੱਡੀਆਂ ਗੱਡੀਆਂ ਲੈ ਕੇ ਤੁਰ ਰਹੇ ਆ। ਫਿਰ ਦੂਸਰੀ ਗੱਲ, ਤੁਸੀਂ ਹੁਣ ਆ ਗਏ ਸਾਧੂ ਸਿੰਘ ਧਰਮਸੋਤ ਦੀ ਗੱਲ। ਸਾਧੂ ਸਿੰਘ ਧਰਮਸੋਤ ਦੇ ਬੜੇ ਪ੍ਰੋਟੈਸਟ ਕੀਤੇ। ਇਹਨਾਂ ਦਾ ਜਿਹੜਾ ਨਾਭੇ ਵਾਲਾ MLA ਆ, ਉਹ ਵੀ ਕਹਿੰਦਾ ਜੀ ਸਕਾਲਰਸ਼ਿਪ ਘਟਾਲਾ, ਉਹਨੇ ਵੀ ਬੜਾ ਕੀਤਾ। ਉਸ ਤੋਂ ਬਾਅਦ ਗੱਲ ਕੀਤੀ, ਅਜੇ ਕਹਿ ਰਹੇ ਵੀ ਸਕਾਲਰਸ਼ਿਪ ਘਟਾਲੇ ਵਾਲੀ ਫਾਈਲ ਖੁੱਲੂਗੀ। ਸੋ ਪਹਿਲਾਂ ਜਿਹੜਾ ਇਹਨਾਂ ਨੇ ਕੇਸ ਬਣਾਇਆ, ਇੱਕ ਕਰਪਟ ਬੰਦਾ ਜਿਹਦੀ ਡਾਇਰੀ ਤੇ ਲਿਖਿਆ ਜੀ ਮੈਂ ਆਹ ਕੀਤਾ, ਉਹ ਕੀਤਾ, ਉਹਨੂੰ ਪੈਸੇ ਦਿੱਤੇ, ਉਹਦਾ ਇਹਨਾਂ ਨੇ ਆਧਾਰ ਬਣਾ ਕੇ ਸਾਧੂ ਸਿੰਘ ਤੇ ਧਰਮਸੋਤ ਤੇ ਕੇਸ ਪਾਇਆ। ਗਿਲਜੀਆਂ ਵਾਲੇ ਕੇਸ ਦੇ ਉੱਪਰ ਹਾਈ ਕੋਰਟ ਨੇ ਕੀ ਗੱਲ ਆਖੀ ਵੀ ਉਹਦੀ ਗ੍ਰਿਫਤਾਰੀ ਅਰੈਸਟ ਨਹੀਂ ਹੋ ਸਕਦੀ। ਉਹ ਵੀ ਤੁਹਾਨੂੰ ਪਤਾ ਵੀ ਵੈਂਡੇਟਾ ਪੋਲਿਟਿਕਸ ਦੀ ਆਧਾਰ ਬਣਾ ਕੇ। ਫਿਰ ਮੈਂ ਹੁਣ ਅੱਜ ਕੇ ਤੀਜਾ ਅੰਸਾਰੀ ਸਾਹਿਬ ਵਾਲੀ ਗੱਲ ਦਾ, ਅੰਸਾਰੀ ਸਾਹਿਬ 2 ਮਿੰਟ
ਅੰਸਾਰੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੁਖਤਿਆਰ ਅੰਸਾਰੀ ਦੀ ਗੱਲ, ਪਹਿਲੀ ਗੱਲ ਹੈ FIR ਕਦੇ ਸਰਕਾਰ ਨਹੀਂ ਕਰਦੀ, ਤੇ ਪੁਲਿਸ ਕਰ ਦਿੰਦੀ। ਦੂਜਾ, ਹਾਈ ਕੋਰਟ ਨੇ ਟ੍ਰਾਂਜ਼ਿਟ ਰਿਮਾਂਡ ਦਿੱਤਾ। ਤੇ ਤੀਜੀ ਗੱਲ, ਜਿਹੜਾ ਉਸ ਵੇਲੇ ਦਾ ਜੇਲ੍ਹ ਮੰਤਰੀ ਆ, ਉਹਨੇ ਅੱਜ ਖੁੱਲੇ ਆਮ ਚੈਲੰਜ ਕਰਤਾ ਟੀਵੀ ਤੇ ਬਹਿ ਕੇ ਵੀ ਮੈਨੂੰ ਭਾਓ ਸਾਹਮਣੇ, ਜੇ ਕਿਤੇ ਅਸੀਂ ਦੋਸ਼ੀ ਆ ਜਾਂ ਸਾਡੀ ਸਰਕਾਰ ਆ ਤੇ ਮੈਨੂੰ ਫੜ ਕੇ ਅੰਦਰ ਦਿਓ, ਪਰ ਨਾਲ ਉਹ ਅਫਸਰ ਵੀ ਸਾਰੇ ਭਾਲੋ। ਠੀਕ ਹੈ ਨਾ? ਸੋ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਇਹ ਗੱਲ ਨਾ ਆਖੀ ਵੈਂਡੇਟਾ ਪੋਲਿਟਿਕਸ, ਅਸੀਂ ਆਪ ਵੈਂਡੇਟਾ ਪੋਲਿਟਿਕਸ ਕਰਦੇ ਹੋਈਏ ਤੇ ਜਦੋਂ ਸਾਡੇ ਤੇ ਪਵੇ ਅਸੀਂ ਰੌਲਾ ਪਾਈਏ। ਬਿਲਕੁਲ ਅਸੀਂ ਵੀ ਇਹ ਗੱਲ ਕਹਿੰਦੇ ਆ, ਜਿਵੇਂ ਤੁਸੀਂ ਕਹਿ ਰਹੇ ਨਾ ਸੰਘਰਸ਼ ਕਰਾਂਗੇ, ਤੁਹਾਡਾ ਤਾਂ ਨਾਂ ਦਾ ਸੰਘਰਸ਼, ਕਾਂਗਰਸ ਪਾਰਟੀ ਤਾਂ ਉੱਠੀ ਸੰਘਰਸ਼ਾਂ ਚੋਂ ਆ। ਅਸੀਂ ਤਾਂ ਲੜਾਈ ਲੜਾਂਗੇ ਹਰੇਕ ਬੰਦੇ ਦੀ, ਰਾਹੁਲ ਗਾਂਧੀ ਦੀ ਲੜਾਈ ਅਸੀਂ ਸੜਕਾਂ ਤੇ ਲੜਾਂਗੇ, ਪਰ ਤੁਹਾਨੂੰ ਤੁਹਾਡੇ ਅੰਦਰ ਪਤਾ ਕੀ ਹੈ, ਕਿਹਨੂੰ ਕਿਵੇਂ ਫਸਾ ਰਹੇ ਹੋ। ਮੁਖਤਿਆਰ ਅੰਸਾਰੀ, ਮੈਂ ਤੁਹਾਨੂੰ ਦੋ ਗੱਲਾਂ ਕਹਿਤੀਆਂ, FIR ਪੁਲਿਸ ਕਰਦੀ ਆ, ਟ੍ਰਾਂਜ਼ਿਟ ਰਿਮਾਂਡ ਆ ਜਿਹੜਾ ਹਾਈ ਕੋਰਟ ਨੇ ਦੇਣਾ, ਉਹ ਜੁਡੀਸ਼ਰੀ ਦੀ ਗੱਲ ਹੈਗੀ ਆ। ਤੇ ਤੀਜਾ, ਸਾਡਾ ਅੱਜ ਜਿਹੜੇ ਜੇਲ੍ਹ ਮੰਤਰੀ ਆ ਉਹਨਾਂ ਨੇ ਖੁੱਲ੍ਹ ਕੇ ਗੱਲ ਚੈਲੰਜ ਕਰਤਾ ਕਿ ਭਾਈ ਜੇ ਮੈਂ ਦੋਸ਼ੀ ਆ ਜਾਂ ਹੋਰ ਬੰਦਾ, ਮੈਨੂੰ ਫੜ ਕੇ ਜੇਲ੍ਹ ਦੇ ਵਿੱਚ ਸਿੱਟੋ। ਕਾਂਗਰਸ ਪਾਰਟੀ ਉੱਠੀ ਸੰਘਰਸ਼ਾਂ ਚੋਂ, ਡੁੱਬੀ ਕਰਪਸ਼ਨ ਕਰਕੇ ਆ। ਮੈਂ ਤਾਂ ਤੁਹਾਨੂੰ ਇਹ ਦੱਸ ਰਿਹਾ, ਜਿਹੜੇ ਕੇਸ ਪਹਿਲਾਂ ਗੱਲ ਚੱਲ ਰਹੀ ਸੀ ਉਹਨਾਂ ਬਾਰੇ ਤੁਸੀਂ ਜਵਾਬ ਨਹੀਂ ਦਿੱਤਾ। ਡੈਰੀ ਹੁਣ ਤੁਸੀਂ ਦੱਸੋਗੇ ਕਿ ਵਿਜੀਲੈਂਸ ਬਿਊਰੋ ਜਿਹੜੀ ਕਿ ਇਹ ਪ੍ਰੀਮੀਅਰ ਇਨਵੈਸਟੀਗੇਟਿੰਗ ਏਜੰਸੀ ਹੈ, ਸੂਬੇ ਦੀ ਸਭ ਤੋਂ ਵੱਡੀ ਏਜੰਸੀ ਸਟੇਟ ਦੀ, ਤੇ ਉਹ ਮਤਲਬ ਉਦਾਂ ਹੀ ਕੇਸ ਬਣਾਈ ਜਾ ਰਹੇ ਆ। ਇਹ ਮਤਲਬ ਫਿਰ ਇਹਦਾ ਮਤਲਬ ED ਉਦਾਂ ਹੀ ਕੇਸ ਬਣਾ ਰਹੀ ਹੈ? ਨਹੀਂ, ਕੇਸ ਬਣਨ ਦਿਓ ਨਾ, ਉਦਾਂ ਹੀ ਕੇਸ ਬਣਾ ਰਹੀ ਹੈ, ਬਣਨ ਦਿਓ। ਉਹਦੇ ਚ ਮੈਂ ਸਬੂਤ ਦਿੱਤੇ ਆ, ਤੁਸੀਂ ਦੱਸੋ ਨਾ, ਸਬੂਤ ਦਿਓ ਤੁਸੀਂ। ਉਹਨਾਂ ਨੇ ਆਪਣੇ ਜਿਹੜਾ ਸਾਰਾ ਇੰਨੀਆਂ ਚੀਜ਼ਾਂ ਸਰਫੇਸ ਤੇ ਆ ਚੁੱਕੀਆਂ, ਜਦੋਂ CBI ਸਰਫੇਸ ਤੇ ਕੋਈ ਗੱਲ ਇਦਾਂ ਦੀ ਕਰੂਗੀ, ਅਸੀਂ ਤਾਂ ਅੱਜ ਵੀ ਕਿਹਾ ਵੀ ਨਹੀਂ ਮਿਲਣਾ ਕੁਝ ਵੀ ਉੱਥੋਂ, ਉਹ ਜਿਹੜੇ ਘਰ ਸਰਚ ਕਰ ਰਹੇ ਆ। ਮੈਂ ਤਾਂ ਅਸੀਂ ਤਾਂ ਗੱਲ ਨੁਕਤਾ ਵਾਈਜ਼ ਨੁਕਤਾ ਕਰ ਰਹੇ ਆ, ਠੀਕ ਹੈ ਨਾ? ਉਹਦੇ ਚ ਇਹ ਤੁਸੀਂ ਹੁਣ ਫੇਰ ਇਹ ਰੰਧਾਵਾ ਸਾਹਿਬ ਨੇ, ਮੈਂ ਤਾਂ ਰੰਧਾਵਾ ਸਾਹਿਬ ਦਾ ਨਾਂ ਹੀ ਨਹੀਂ ਲਿਆ, ਰਿਪੋਰਟ ਦਿੱਤੀ ਆ, ਜੇਲ੍ਹ ਮੰਤਰੀ ਨੇ ਰਿਪੋਰਟ ਦਿੱਤੀ ਆ, ਜੋ ਉਹਨਾਂ ਨੇ ਫਾਈਂਡਿੰਗਸ ਆਪਣੀਆਂ ਦਿੱਤੀਆਂ ਮੁੱਖ ਮੰਤਰੀ ਸਾਹਿਬ ਨੂੰ। ਅਜੇ ਉਹ 'ਤੇ ਵਿਚਾਰ ਹੋ ਰਹੀ ਆ, ਇਨਵੈਸਟੀਗੇਸ਼ਨ ਹੋ ਰਹੀ ਆ, ਤੇ ਧਰਮਸੋਤ ਉਹਨਾਂ ਦਾ ਜਿਹੜਾ ਵਜੀਫਾ ਘੁਟਾਲਾ ਵਾਲੀ ਗੱਲ ਹੈ ਉਹ ਮੈਂ ਦੱਸ ਚੁੱਕਾ ਆ। ਇੱਕ ਆਫੀਸਰ ਨੇ ਪਹਿਲਾਂ ਆਪਣਾ ਉਹਨੂੰ ਇੰਡਿਕਟ ਕਰਤਾ, ਦੂਸਰੇ ਆਫੀਸਰ ਨੇ ਕਲੀਨ ਚਿੱਟ ਦੇ ਦਿੱਤੀ। ਜਦੋਂ ਇਦਾਂ ਦਾ ਕੇਸ ਹੋ ਜਾਵੇ ਉਹਦੇ 'ਚ ਫਿਰ ਹੁੰਦਾ ਹੈ ਵੀ ਕਿਸੇ ਥਰਡ ਏਜੰਸੀ ਤੋਂ ਇਨਕੁਆਇਰੀ ਕਰਵਾ ਲਈ ਜਾਵੇ। ਸੋ ਜੇ ਸਰਕਾਰ ਵਿਚਾਰ ਕਰ ਰਹੀ ਆ, ਤ੍ਰਿਪਤ ਰਜਿੰਦਰ ਬਾਜਵਾ ਸਾਹਿਬ ਦਾ ਵੀ ਮੈਂ ਇਹੀ ਕਿਹਾ ਵੀ ਉਹਨਾਂ ਤੇ ਦੋਸ਼ ਲੱਗ ਰਹੇ ਆ ਵੀ ਉਹਨਾਂ ਨੇ ਡੇਟ ਤੋਂ ਬਾਅਦ 'ਚ ਮੁੱਢਲੀ ਪੜਤਾਲ ਹੁੰਦੀ ਆ, ਕਿ ਫਿਰ ਬਾਅਦ 'ਚ ਬਰੀਕੀ 'ਚ ਪੜਤਾਲ ਹੁੰਦੀ ਆ, ਉਹਦਾ ਵੀ ਅਜੇ ਮੈਂ ਇਹ ਥੋੜ੍ਹੀ ਕਿਹਾ ਵੀ ਉਹ ਦੋਸ਼ੀ ਨੇ। ਅਜੇ ਉਹਨਾਂ ਦੀ ਉਹ ਕੇਸ ਦੇ ਬਾਰੇ ਵਿਚਾਰ ਹੋ ਰਿਹਾ, ਹੋ ਸਕਦਾ ਉਹਦੇ ਕੋਈ ਰੀਜ਼ਨ ਹੋਣ ਜਾਂ ਨਾ ਕੀਤਾ ਹੋਵੇ ਜਾਂ ਕਿਸ ਤਰ੍ਹਾਂ। ਸੋ ਜਿਹੜੇ ਅਸੀਂ ਹੋ ਚੁੱਕੇ ਆ ਕੇਸ, ਜਿਹੜੇ ਬੰਦੇ ਅੰਦਰ ਬੈਠੇ ਆ, ਉਹਨਾਂ ਬਾਰੇ ਗੱਲ ਦੱਸੋ। ਸਕੂਟਰ ਦੀ ਤੁਸੀਂ ਗੱਲ ਹੀ ਨਹੀਂ ਕਰ ਸਕਦੇ, ਸਕੂਟਰ ਤੇ ਅੱਧੀ ਬੋਰੀ ਰੱਖੀ ਜਾ ਸਕਦੀ ਆ, ਟਰੱਕ ਜਿਹੜਾ ਆ ਝੋਨੇ ਦਾ ਜਾਂ ਕਣਕ ਦਾ ਉਹ ਨਹੀਂ ਰੱਖਿਆ ਜਾਂਦਾ, ਉਹਦੇ ਬਾਰੇ ਦੱਸ ਹੀ ਨਹੀਂ ਰਹੇ। ਮੈਂ ਤਾਂ ਤੁਹਾਨੂੰ ਇਸ ਗੱਲ ਦੇ ਵਿੱਚ 2 ਮਿੰਟ ਅੱਧੀ ਮੈਂ ਤੁਹਾਨੂੰ ਇਸ ਗੱਲ ਦੇ ਵਿੱਚ ਫਿਰ ਉਹੀ ਗੱਲ ਕਹਿਣਾ ਬਈ ਜਿੱਥੇ ਕਾਂਗਰਸ ਪਾਰਟੀ ਤੇ ਜਿਹੜਾ ਬੰਦਾ ਦੋਸ਼ੀ ਆ ਉਹਨੂੰ ਸਜ਼ਾ ਦਿਓ। ਉਹ ਤਾਂ ਕਰਨਾ ਹੀ, ਅਸੀਂ ਕਰ ਹੀ ਰਹੇ ਆ। ਉਹ ਨਹੀਂ ਤੁਸੀਂ ਕਰ ਰਹੇ ਆ। ਤੁਸੀਂ ਤਾਂ ਅੱਜ ਉਹ ਜਾ ਕੇ ਨਾ, ਹੁਣ ਕਹਿਣਾ ਨਹੀਂ ਚਾਹੀਦਾ, ਮਜੀਠੀਆ ਸਾਹਿਬ ਆ ਨਾ, ਮਜੀਠੀਆ ਸਾਹਿਬ ਨੇ ਪੰਜਾਬ ਦੇ ਉੱਪਰ 10 ਸਾਲ ਪੂਰੀ ਤਸ਼ੱਦਦ ਕੀਤੀ ਰਾਜ ਹੁੰਦੇ, ਪਰ ਜਦੋਂ ਉਹਨਾਂ ਤੇ ਆਪ ਪਈ ਜੇਲ੍ਹ ਦੇ ਵਿੱਚ ਜਾ ਕੇ ਆਏ, ਅੱਜ ਉਹ ਕਹਿੰਦੇ ਵੀ ਰੱਬ ਦਾ ਨਾਂ ਵੀ ਲੈਣਾ ਚਾਹੀਦਾ। ਪਹਿਲਾਂ ਰੱਬ ਨੂੰ ਚੇਤੇ ਕੋਈ ਨਹੀਂ ਕਰਦਾ, ਉਵੇਂ ਤੁਹਾਨੂੰ ਅੱਜ ਯਾਦ ਆਈ ਹੈ ਇਹ ਗੱਲ ਬਈ ਜੀ ਵੈਂਡੇਟਾ ਪੋਲਿਟਿਕਸ ਜਦੋਂ ਤੁਸੀਂ ਕਰਦੇ ਹੋ ਤੇ ਉਦੋਂ ਵੀ ਦੇਖਿਆ ਕਰੋ। ਸਾਨੂੰ ਪਿਛਲੇ 5 ਸਾਲ ਤੋਂ ਯਾਦ ਹੈ, ਸਾਨੂੰ ਸਾਰਾ ਕੁਝ ਅਸੀਂ ਹੁਣ ਤੋਂ ਨਹੀਂ ਭੁਗਤਣ ਲੱਗੇ। ਮਨੀਸ਼ ਸਿਸੋਦੀਆ ਸਾਹਿਬ ਦੇ ਘਰ ਵੀ ਕਈ ਕੁਝ ਪਹਿਲਾਂ ਵੀ ਕਈ ਵਾਰੀ ਹੋ ਚੁੱਕਾ, ਕੇਜਰੀਵਾਲ ਸਾਹਿਬ ਦੇ ਘਰ ਤੇ ਹਮਲਾ ਹੋਇਆ, ਤੁਸੀਂ ਸਾਨੂੰ ਕੀ ਦੱਸਦੇ ਹੋ ਯਾਰ? ਮੈਂ ਤਾਂ ਅਸੀਂ ਨਹੀਂ ਵੈਂਡੇਟਾ ਕਰਦੇ, ਸਾਨੂੰ ਸਾਬਤ ਕਰ ਦਿਓ ਵੀ ਸਕੂਟਰ ਤੇ ਬੋਰੀਆਂ ਕਿੰਨੀਆਂ ਆ ਸਕਦੀਆਂ। ਜੇ ਟਰੱਕ ਦਾ ਠੇਕਾ ਲਿਆ ਤਾਂ ਫੇਰ ਉਸ ਗੱਲ ਦੇ ਅਸੀਂ ਕਰਾਂਗੇ ਕਾਰਵਾਈ। ਮੈਂ ਤੁਹਾਨੂੰ ਅਸੀਂ ਸਾਡਾ ਮੁੱਖ ਕੰਮ ਹੈ। ਤੁਸੀਂ ਮੇਰੀਆਂ ਦੋ, ਚਲੋ ਮੈਂ ਤੁਹਾਡੀ ਗੱਲ ਦਾ ਤੁਸੀਂ ਕਹਿ ਰਹੇ ਬੀਜੇਪੀ ਦੇ 2 ਮਿੰਟ ਤਰਲੋਚਨ ਜੀ ਪਲੀਜ਼। ਤੁਸੀਂ ਵੀ ਆਮ ਆਦਮੀ ਪਾਰਟੀ ਵਾਲੇ ਵੀ ਕਈ ਘਰਾਂ 'ਚ ਹਮਲੇ ਕਹਿ ਲਈਏ ਜਾਂ ਕੀ ਕਹਿ ਸਕਦੇ, ਪ੍ਰੋਟੈਸਟ ਕਰਦੇ ਰਹੇ, ਸਿਸਵਾ ਫਾਰਮ ਹਾਊਸ ਗਏ, ਉਹ ਤਾਂ ਸਾਰਿਆਂ ਨੂੰ ਰਾਈਟ ਹੈ। ਨਹੀਂ, ਜੇ ਫਾਰਮ ਹਾਊਸ ਤੇ ਅਸੀਂ ਜੇ ਪ੍ਰੋਟੈਸਟ ਕੀਤਾ ਆ, ਪੁਲਿਸ ਨੇ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ, ਸਾਡੇ ਮੁੰਡੇ ਕੁੜੀਆਂ ਜ਼ਖਮੀ ਵੀ ਹੋਏ ਆ, ਪਰ ਇੱਕ ਭੰਨ ਤੋੜ ਤੁਸੀਂ ਕਰ ਦੇਣੀ, ਹਾਂਜੀ, ਪੁਲਿਸ ਨੇ ਵੀ ਮੂਕ ਦਰਸ਼ਕ ਬਣ ਜਾਣਾ। ਤੁਸੀਂ ਉੱਥੇ ਤੋੜ ਭੰਨ ਕਰ ਰਹੇ ਹੋ, ਸਾਡੇ ਬੰਦਿਆਂ ਨੇ ਕਦੀ ਨਹੀਂ ਇਦਾਂ ਕੀਤਾ। ਜੇ ਕਿਤੇ ਅਸੀਂ ਕੀਤਾ ਹੋਊਗਾ ਤਾਂ ਉਹਦੀ ਅਸੀਂ ਮਤਲਬ ਮਾਫੀ ਮੰਗਾਂਗੇ, ਸਾਨੂੰ ਦੱਸ ਦਿਓ। ਅਸੀਂ ਡੈਮੋਕ੍ਰੇਸੀ ਦੇ ਅੰਡਰ ਜਿਹੜਾ ਪ੍ਰੋਟੈਸਟ ਲਫ਼ਜ਼ ਆ ਉਹਦੇ ਵਿੱਚ ਰਹੇ ਆ, ਉੱਥੇ ਭੰਨ ਤੋੜ ਹੋਈ ਆ ਜਦੋਂ ਮਨੀਸ਼ ਸਿਸੋਦੀਆ ਜੀ ਦੇ ਘਰ ਤੇ ਹਮਲਾ ਹੋਇਆ ਨਾ। ਸੁਣੋ ਮੇਰੀ ਗੱਲ, ਈਵਨ ਕੇਜਰੀਵਾਲ ਸਾਹਿਬ ਦੇ ਡੈਮੋਕ੍ਰੇਸੀ ਦੀਆਂ ਗੱਲਾਂ ਕਰ ਰਿਹਾ, ਕੀ ਇਹ ਡੈਮੋਕ੍ਰੇਸੀ ਤੁਹਾਨੂੰ ਇਹ ਰਾਈਟ ਦਿੰਦੀ ਹੈ ਕਿਸੇ ਨਿੱਜੀ ਦਫ਼ਤਰਾਂ ਦੇ 'ਚ ਆ ਕੇ ਵੀਡੀਓ ਬਣਾਉਣੀਆਂ ਅਫਸਰਾਂ ਦੀਆਂ? ਤੁਸੀਂ ਉਹਨਾਂ ਨੂੰ ਸਬਕ ਦਿਓਗੇ ਜਿਹੜੇ IAS IPS ਆਫੀਸਰ ਕੁਰਸੀਆਂ ਤੇ ਬੈਠੇ ਆ। ਤੁਸੀਂ ਅੱਗੇ ਗੱਲ ਕਿਹਾ ਵੀ ਕੰਮ ਕਰਨ ਨੂੰ ਸਰਕਾਰ ਬੈਠੀ ਹੈ, ਮੁੱਖ ਮੰਤਰੀ ਬੈਠਾ, ਤੁਹਾਡੇ ਉਹਨਾਂ ਨੂੰ ਕੀ ਰਾਈਟ ਹੈ ਜਿਹੜੇ ਵਰਕਰ ਜਾ ਕੇ ਐ ਕੈਮਰਾ ਖੋਲ ਕੇ ਬਹਿ ਜਾਂਦੇ ਆ? ਤੁਸੀਂ ਡੈਮੋਕ੍ਰੇਸੀ ਦੀਆਂ ਗੱਲਾਂ ਕੀ ਕਰਦੇ ਹੋ? ਡੈਮੋਕ੍ਰੇਸੀ ਦਾ ਜਿਹੜਾ ਘਾਣ ਹੁੰਦਾ ਉਹ ਗਰਾਊਂਡ ਤੋਂ ਸ਼ੁਰੂ ਹੁੰਦਾ ਹੋਣਾ, ਜਿਹੜਾ ਕਿ ਤੁਹਾਡੀ ਪਾਰਟੀ ਨੇ ਕੀਤਾ, ਤੁਹਾਡੀ ਪਾਰਟੀ ਦੇ ਵਰਕਰਾਂ ਨੇ ਕੀਤਾ।
ਜਾ ਕੇ ਮੈਂ ਵੀਡੀਓ ਬਣਾ ਲਈ, ਫਲਾਣੇ ਤੂੰ ਨਹੀਂ ਆਇਆ, ਫਲਾਣੇ ਪੁਲਿਸ ਵਾਲੇ ਦੇ ਕੀ ਰਾਈਟ ਆ? ਇੱਥੇ ਆਪਾਂ ਬੈਠੇ ਆ, ਕਿਸੇ ਕੋਲੇ ਰਾਈਟ ਹੈ ਵੀ ਆਪਣੀਆਂ? ਸਾਡੇ ਸੀਐਮ ਸਾਹਿਬ ਨੇ ਬਾਅਦ ਚ ਰੋਕਤਾ ਕਰਦੇ ਆ, ਤੁਹਾਡੇ ਜ਼ਿਆਦਾ ਕਰਦੇ ਆ, ਸਾਡੇ ਨਹੀਂ। ਮੈਂ ਤਰਲੋਚਨ ਜੀ ਡੈਮੋਕ੍ਰੇਸੀ ਤੇ ਸਵਾਲ ਕੀਤਾ, ਇਹਨਾਂ ਨੇ ਡੈਮੋਕ੍ਰੇਸੀ ਦੀ ਗੱਲ ਕੀਤੀ ਆ। ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਤੋੜ ਭੰਨ ਦੀ ਗੱਲ ਕਰਦੇ ਹੋ, ਕੀ ਕਾਨੂੰਨ ਇਹ ਅਲਾਉਡ ਕਰਦਾ ਕਿਸੇ ਦੀ ਵੀਡੀਓ ਬਣਾਉਣਾ? ਕੀ ਕਾਨੂੰਨ ਇਹ ਅਲਾਉਡ ਕਰਦਾ ਕਿਸੇ ਅਫਸਰ ਦੀ ਬੇਇੱਜ਼ਤੀ ਕਰਨਾ? ਨਹੀਂ, ਉਹ ਤਾਂ ਭਗਵੰਤ ਮਾਨ ਹੋਣਾ ਨੇ ਬਕਾਇਦਾ ਆਰਡਰ ਕੱਢਤੇ ਸੀ ਵੀ ਇਦਾਂ ਦੀ ਕਾਰਵਾਈ ਨਾ ਕੀਤੀ। ਮੇਰੀ ਗੱਲ ਸੁਣੋ, ਜਿੱਥੇ ਦੂਸਰੀ ਨਹੀਂ ਇਹ ਜਿਹੜਾ ਇਨ ਜਨਰਲ ਸਾਡੇ ਤੇ ਹੁਣ ਮੇਰੀ ਇਸ ਗੱਲ ਦਾ ਸੁਣੋ ਨਾ ਗੱਲ, ਡਿਬੇਟ 'ਚ ਟਾਈਮ ਥੋੜਾ ਰਹੇਗਾ, ਮੇਰੀਆਂ ਦੋ ਗੱਲਾਂ ਦਾ ਜਵਾਬ ਦੇ ਦਿਓ। ਇਹਦਾ ਜਵਾਬ ਲੈ ਲਓ। ਪੰਜਾਬ ਪੁਲਿਸ ਬੱਗੇ ਨੂੰ ਲੈਣ ਉੱਥੇ ਕਿਵੇਂ ਗਈ, ਕੀ ਕਰਨ ਗਈ ਸੀ? ਅਲਕਾ ਲਾਂਬਾ ਤੇ ਕਾਹਦਾ ਕੇਸ ਪਾਇਆ? ਉਹ ਅਲੱਗ ਕੇਸ ਹੈ, ਕਿਉਂ ਅਲੱਗ ਕੇਸ? ਰਿਜ਼ਲਟ ਆ ਜਾਊਗਾ। ਦੇਖੋ ਹੱਦ ਹੋ ਗਈ। ਜੇ ਕੋਈ ਆਪਣਾ ਗਲਤ ਅਫਵਾਹਾਂ ਫੈਲਾਉਂਦਾ ਆ ਜਾਂ ਗਲਤ ਦੇਸ਼ ਦੇ ਵਿਰੋਧੀ ਕੋਈ ਗੱਲਾਂ ਕਰਦਾ ਆ ਤੇ ਇੱਥੇ ਆ ਕੇ ਮਤਲਬ ਜਿਹਦੇ ਚ ਪੰਜਾਬ ਦਾ ਖਤਰਾ ਹੈ, ਉਹ FIR ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਤੁਹਾਡਾ ਤੁਸੀਂ ਗੱਲ ਕਰ ਹੋ ਗਿਆ ਕੇਸ, ਤੁਸੀਂ ਇਹ ਗੱਲ ਕਰ ਰਹੇ ਹੋ। ਤੁਹਾਡਾ ਸੋਸ਼ਲ ਮੀਡੀਆ ਦਾ ਹਿਮਾਚਲ ਦਾ ਜਿਹੜਾ ਇੰਚਾਰਜ ਸੀ, ਉਹਨੇ ਖਾਲਿਸਤਾਨੀ ਪੱਖੀ ਪੋਸਟ ਪਾਈ ਸੀ। ਤੁਸੀਂ ਐਪਲੀਕੇਸ਼ਨ ਦਿਓ ਨਾ, ਮੈਂ ਸੋ ਕਹਿਣ ਦਾ ਮਤਲਬ ਇੱਥੇ 15-20 ਮਿੰਟ 25 ਮਿੰਟ ਰੌਲਾ ਪਾਉਣਾ ਕੁਝ ਨਹੀਂ। ਇਦਾਂ ਨਹੀਂ ਕਿਉਂ ਰੌਲਾ ਪਾਉਣ? ਕਿ ਲੋਕਾਂ 'ਚ ਗੱਲ ਜਾਂਦੀ ਆ। ਬੜਾ ਇਹ ਮਤਲਬ ਜਿਹੜਾ ਇਹ ਚੈਨਲ ਹੈ ਬੜਾ ਜ਼ਿੰਮੇਵਾਰ ਚੈਨਲ ਹੈ, ਬੜਾ ਰਿਪਿਊਟਡ ਚੈਨਲ ਹੈ। ਜਿੰਨੇ ਵੀ ਲੋਕਾਂ 'ਚ ਗੱਲ ਜਾਂਦੀ ਹੈ ਲੋਕ ਧਿਆਨ ਨਾਲ ਦੇਖਦੇ ਆ, ਉਹਨੂੰ ਯਕੀਨ ਕਰਦੇ ਆਪਣੀ। ਚਲੋ ਮੈਨੂੰ ਲੱਗਦਾ ਵੀ ਇਸ ਰੌਲੇ ਗੌਲੇ 'ਚ ਅੱਜ ਦੀ ਡਿਬੇਟ ਨੂੰ ਖਤਮ ਕਰੀਏ। ਮੈਂ ਥੋੜਾ ਜਿਹਾ ਖਮੋਸ਼ ਸੀ, ਮੈਨੂੰ ਇਹ ਵੀ ਦੋਨੋਂ ਮਿੱਤਰ ਜਿਹੜੇ ਨੇ ਉਹ ਖੁੱਲ੍ਹ ਕੇ ਗੱਲ ਕਰ ਲੈਣ। ਔਰ ਇਹ ਇਸ ਲਈ ਮੈਂ ਖੁੱਲ੍ਹ ਕੇ ਗੱਲ ਕੀਤੀ ਹੈ ਵੀ ਜਦੋਂ ਸਿਆਸਤ ਵਿੱਚ ਬਦਲਾਖੋਰੀ ਆ ਜਾਏ, ਜਦੋਂ ਸਿਆਸਤ ਵਿੱਚ ਇੱਕ ਦੂਜੇ ਦੇ ਵਿਰੁੱਧ ਘੇਰਨ ਦੀਆਂ ਗੱਲਾਂ ਆ ਜਾਣ, ਤੇ ਲੱਗਦਾ ਫਿਰ ਜਿਹੜੇ ਵੀ ਸਟੇਟ 'ਚ ਵਾਪਰਦਾ ਉਹਦਾ ਕਿਤੇ ਨਾ ਕਿਤੇ ਨੁਕਸਾਨ ਹੁੰਦਾ। ਪਰ ਵੱਡੀ ਗੱਲ ਇਹ ਹੈ ਵੀ ਕੇਂਦਰੀ ਜਾਂਚ ਬਿਊਰੋ ਉੱਪਰ ਜਦੋਂ ਵੀ ਉਹ ਐਕਸ਼ਨ 'ਚ ਆਉਂਦੀ, ਸਵਾਲ ਕਿਉਂ ਉੱਠਦੇ ਨੇ, ਇਹਦਾ ਜਵਾਬ ਜ਼ਰੂਰ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਮਿਲਣਾ ਚਾਹੀਦਾ।